ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਲੈ ਕੇ ਹਾਜ਼ਰ ਹਾਂ ਹੈਲਥ ਅਵੇਅਰਨੈਸ ਪ੍ਰੋਗਰਾਮ ਹੈਲਥ ਇਜ਼ ਵੈਲਥ। ਦੋਸਤੋ, ਜ਼ਿੰਦਗੀ ਵਿੱਚ ਜਿੰਨੀ ਮਰਜ਼ੀ ਵੱਡੀ ਕੋਈ ਨਾ ਕੋਈ ਮੁਸ਼ਕਿਲ ਹੋਵੇ, ਉਸਦਾ ਕੋਈ ਨਾ ਕੋਈ ਹੱਲ ਜ਼ਰੂਰ ਹੁੰਦਾ ਹੈ ਤੇ ਉਸੇ ਤਰੀਕੇ ਨਾਲ ਕੋਈ ਵੀ ਬਿਮਾਰੀ ਹੋਵੇ, ਲੇਕਿਨ ਅਗਰ ਅਸੀਂ ਸਮੇਂ ਰਹਿੰਦੇ ਸਹੀ ਰਾਏ ਸਹੀ ਡਾਕਟਰ ਦੇ ਨਾਲ ਜਾ ਕੇ ਉਸਦਾ ਇਲਾਜ ਕਰੀਏ ਤਾਂ ਜ਼ਰੂਰ ਸਾਨੂੰ ਉਸ ਬਿਮਾਰੀ ਤੋਂ ਨਿਜਾਤ ਮਿਲ ਜਾਂਦੀ ਹੈ। ਉਸੇ ਤਰੀਕੇ ਨਾਲ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਜੋ ਇੱਕ ਪ੍ਰੋਬਲਮ ਵੱਧ ਰਹੀ ਹੈ ਉਹ ਹੈ ਬਾਂਝਪਨ, ਇਨਫਰਟੀਲਿਟੀ, ਔਰਤਾਂ ਵਿੱਚ ਵੀ ਤੇ ਮਰਦਾਂ ਵਿੱਚ ਵੀ। ਤੇ ਇਸ ਤੋਂ ਅਸੀਂ ਕਿਵੇਂ ਸਮਾਂ ਰਹਿੰਦੇ ਆ ਇਸ ਚੀਜ਼ ਤੋਂ ਬਾਹਰ ਨਿਕਲ ਸਕਦੇ ਹਾਂ, ਕਿਵੇਂ ਅਸੀਂ ਕਿਹਨਾਂ ਗੱਲਾਂ ਦਾ ਪਰਹੇਜ਼ ਕਰ ਸਕਦੇ ਹਾਂ, ਕਿਵੇਂ ਅਸੀਂ ਆਪਣੀ ਜ਼ਿੰਦਗੀ ਵਿੱਚ ਔਲਾਦ ਦਾ ਸੁੱਖ ਲੈ ਕੇ ਆ ਸਕਦੇ ਹਾਂ, ਉਸੇ ਤੇ ਅੱਜ ਗੱਲਬਾਤ ਕਰਾਂਗੇ। ਉਸੇ ਤੇ ਅਵੇਅਰਨੈਸ ਦਾ ਸਾਡਾ ਇਹ ਸ਼ੋਅ ਹੈ ਤੇ ਉਸਦੇ ਲਈ ਲਾਈਵ ਡਿਸਕਸ਼ਨ ਹੋਏਗੀ ਜੀ। ਡਾਕਟਰ ਅਸਮਿਤਾ ਮਾਲਾ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ। ਤੁਸੀਂ ਆਪਣੀ ਕੋਈ ਵੀ ਪ੍ਰੋਬਲਮ, ਇਨਫਰਟੀਲਿਟੀ, ਬਾਂਝਪਨ ਦੇ ਨਾਲ ਜੁੜੀ ਕੋਈ ਵੀ ਆਪਣੀ ਸਮੱਸਿਆ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਫੋਨ ਕਰਕੇ ਉਹਨਾਂ ਨਾਲ ਗੱਲਬਾਤ ਕਰਕੇ ਉਸਦਾ ਹੱਲ ਜਾਣ ਸਕਦੇ ਹੋ। ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਜੀ, ਸਵਾਗਤ ਹੈ ਜੀ ਸਾਡੇ ਸ਼ੋਅ ਹੈਲਥ ਇਜ਼ ਵੈਲਥ ਦੇ ਵਿੱਚ। ਥੈਂਕ ਯੂ। ਸਤਿ ਸ੍ਰੀ ਅਕਾਲ ਸਾਰੇ ਵਿਊਅਰਸ ਨੂੰ ਜੀ। ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਇਨਫਰਟੀਲਿਟੀ ਦੀ, ਤੇ ਅੱਜ ਕੱਲ੍ਹ ਦੇਖਣ ਨੂੰ ਮਿਲ ਰਿਹਾ ਕਿ ਫੀਮੇਲ ਇਨਫਰਟੀਲਿਟੀ ਯਾਨੀ ਕਿ ਮਹਿਲਾਵਾਂ ਵਿੱਚ ਬਾਂਝਪਨ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਵੱਧਦੀ ਜਾ ਰਹੀ ਹੈ। ਮੈਂ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਇਹੀ ਜਾਣਨਾ ਚਾਹਾਂਗੀ ਕਿ ਆਖਿਰ ਇਹ ਇੰਨੀ ਜ਼ਿਆਦਾ ਸਮੱਸਿਆ ਔਰਤਾਂ ਵਿੱਚ ਕਿਉਂ ਵੱਧ ਰਹੀ ਹੈ ਤੇ ਕਿੰਨੀ ਕੁ ਰੇਸ਼ੋ ਹੈ ਕਿ ਇਨਕਰੀਜ਼ ਹੋ ਰਹੀ ਹੈ। ਜੋ ਬਾਂਝਪਨ ਦੀ ਸਮੱਸਿਆ ਹੈ ਉਹ ਕੇਵਲ ਔਰਤਾਂ ਵਿੱਚ ਨਹੀਂ ਵੱਧ ਰਹੀ ਹੈ, ਉਹ ਕਪਲਸ ਵਿੱਚ ਵੱਧ ਰਹੀ ਹੈ ਜੀ। ਤੇ ਜਿੱਦਾਂ ਪਹਿਲਾਂ ਹੁੰਦਾ ਸੀ ਕਿ ਬਾਂਝਪਨ ਲਈ ਸਿਰਫ ਔਰਤ ਨੂੰ ਜ਼ਿੰਮੇਦਾਰ ਠਹਿਰਾਇਆ ਜਾਂਦਾ ਸੀ, ਉਹ ਚੀਜ਼ ਨਹੀਂ ਹੈਗੀ। ਬਟ ਡੈਫੀਨਿਟਲੀ ਦਾ ਰੇਸ਼ੋ ਇਜ਼ ਇਨਕਰੀਜ਼ਿੰਗ ਨਾਓ। ਉਸ ਚੀਜ਼ ਨੂੰ ਜੇ ਅਸੀਂ ਦੇਖੀਏ ਕਿ ਪਹਿਲਾਂ 10 ਵਿੱਚੋਂ 1 ਜਾਂ 2 ਕਪਲਸ ਨੂੰ ਬਾਂਝਪਨ ਦੀ ਸ਼ਿਕਾਇਤ ਹੁੰਦੀ ਸੀ, ਜਿਹਦੇ ਵਿੱਚੋਂ ਇੱਕ ਕਪਲ ਵਿੱਚ ਫੀਮੇਲ ਰਿਸਪੌਂਸਿਬਲ ਹੁੰਦੀ ਸੀ ਬਾਂਝਪਨ ਲਈ। ਅੱਜ ਦੇ ਦਿਨ ਇਹ ਸਮੱਸਿਆ ਘੱਟ ਤੋਂ ਘੱਟ 30 to 40% ਆਫ ਦੀ ਕਪਲਸ ਫੇਸ ਕਰ ਰਹੇ ਨੇ ਜੀ। ਜੇ ਅਸੀਂ ਸੀਵੀਅਰਿਟੀ ਦੀ ਗੱਲ ਕਰੀਏ ਤੇ ਉਹਦੇ ਵਿੱਚੋਂ ਅਸੀਂ ਦੇਖਦੇ ਹਾਂ ਕਿ ਐਟਲੀਸਟ 20 to 30% ਆਫ ਦੀ ਕਪਲਸ ਵਿੱਚ ਫੀਮੇਲ ਪਾਰਟਨਰ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ ਜੀ, ਜੋ ਉਹਨਾਂ ਦੀ ਬੱਚੇਦਾਨੀ ਤੋਂ ਲੈ ਕੇ ਅੰਡੇਦਾਨੀ ਤੋਂ ਲੈ ਕੇ ਹਾਰਮੋਨਸ ਦੀ ਦਿੱਕਤ ਤੋਂ ਲੈ ਕੇ ਟਿਊਬਾਂ ਦੀ ਪ੍ਰੋਬਲਮ ਜਾਂ ਫਿਰ weight ਇਨਕਰੀਜ਼ ਦੀ ਪ੍ਰੋਬਲਮ, ਇਨ ਸਾਰੀ ਚੀਜ਼ਾਂ ਨੂੰ ਲੈ ਕੇ ਇਹ ਪ੍ਰੋਬਲਮ ਬਹੁਤ ਜ਼ਿਆਦਾ ਫੈਲ ਰਹੀ ਹੈ ਜੀ। ਇੱਥੇ ਇਹ ਜਾਣਨਾ ਚਾਹਾਂਗੀ ਕਿ ਔਰਤਾਂ ਵਿੱਚ ਅਗਰ ਇੰਨੀ ਜ਼ਿਆਦਾ ਇਹ ਪ੍ਰੋਬਲਮ ਵੱਧ ਰਹੀ ਹੈ ਤਾਂ ਮੀਨਸ ਸਟਾਰਟਿੰਗ ਪ੍ਰੋਬਲਮ ਕਿੱਥੋਂ ਸ਼ੁਰੂਆਤ ਹੁੰਦੀ ਹੈ ਬਾਂਝਪਨ ਦੀ? ਕਿਉਂ ਮਤਲਬ ਇੰਨਾ ਰੀਜ਼ਨ ਹੈ ਔਰਤਾਂ ਵਿੱਚ ਜ਼ਿਆਦਾ? ਬਾਂਝਪਨ ਦੀ ਜੇ ਅਸੀਂ ਗੱਲ ਕਰੀਏ ਇਨ ਕਪਲਸ, ਅੱਜ ਕੱਲ੍ਹ ਸਭ ਤੋਂ ਵੱਡਾ ਰੀਜ਼ਨ ਤੇ ਸਾਡੀ ਸੋਸਾਇਟੀ ਜੋ ਚੇਂਜ ਹੋ ਰਹੀ ਹੈ ਜੀ ਜੀ। ਫੀਮੇਲਸ ਆਰ ਆਲਸੋ ਗੈਟਿੰਗ ਕਰੀਅਰ ਓਰੀਐਂਟਡ, ਜਿਹਦੇ ਕਰਕੇ ਫੀਮੇਲਸ ਆਰ ਗੈਟਿੰਗ ਮੈਰਿਡ ਐਟ ਅ ਵੈਰੀ ਲੇਟ ਏਜ। ਦੇ ਆਰ ਕਰੀਅਰ ਓਰੀਐਂਟਡ ਤੇ ਪਹਿਲਾਂ ਉਹ ਆਪਣਾ ਕਰੀਅਰ ਸੈਟਲ ਕਰਦੀਆਂ, ਫਿਰ ਫੈਮਿਲੀ ਵੱਲ ਸੋਚਦੀਆਂ, ਫਿਰ ਫੈਮਿਲੀ ਪਲਾਨ ਕਰਦੇ ਆ ਜੀ ਜੀ। ਉਸ ਚੀਜ਼ ਨੂੰ ਦੇਖਦੇ ਹੋਏ ਮੋਸਟ ਕਾਮਨਲੀ ਦ ਫੀਮੇਲਸ ਆਰ ਪਲੈਨਿੰਗ ਅ ਪ੍ਰੈਗਨੈਂਸੀ ਆਫਟਰ 30s ਜੀ ਜੀ ਜੀ। ਜੇ ਅਸੀਂ ਨੈਚੁਰਲ ਇਨਸਟਿੰਕਟ ਦੀ ਗੱਲ ਕਰੀਏ ਤੇ ਫੀਮੇਲ ਬਾਡੀ ਜੋ ਹੈ ਉਹ 30s ਵਿੱਚ ਆਪਣੇ ਮਾਂ ਬਣਨ ਦੇ ਹਿਸਾਬ ਨਾਲ ਲੇਟ ਏਜ ਵਿੱਚ ਪਹੁੰਚ ਚੁੱਕੀ ਹੁੰਦੀ ਹੈ ਜੀ। ਦ ਆਈਡੀਅਲ ਏਜ ਆਫ ਗੈਟਿੰਗ ਪ੍ਰੈਗਨੈਂਟ ਫॉर ਅ ਲੇਡੀ ਇਜ਼ ਅਰਾਊਂਡ 25 years of age ਜੀ ਜੀ ਜੀ। ਤਾਂ ਉਸ ਚੀਜ਼ ਨੂੰ ਦੇਖਦੇ ਹੋਏ ਉਹਨਾਂ ਦੇ ਵਿੱਚ ਫਿਰ ਕਈਆਂ ਨੂੰ ਅੰਡੇਦਾਨੀਆਂ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ, ਕਈਆਂ ਨੂੰ ਇਨਫੈਕਸ਼ਨਸ ਕਰਕੇ ਟਿਊਬਾਂ ਖਰਾਬ ਹੋ ਜਾਂਦੀ ਹੈ। ਹਿੰਦੁਸਤਾਨ ਵਿੱਚ ਟੀਬੀ ਇੱਕ ਬਹੁਤ ਬੜਾ ਕਾਰਨ ਹੈ ਇਸ ਚੀਜ਼ ਦਾ ਜੀ ਬਿਲਕੁਲ। ਜਾਂ ਫਿਰ ਬੱਚੇਦਾਨੀ ਵਿੱਚ ਵਿਦ ਟਾਈਮ ਪੀਰੀਅਡ ਦੀ ਪ੍ਰੋਬਲਮ ਕਰਕੇ ਜਾਂ ਬੱਚੇਦਾਨੀ ਚ ਗਠਾਣਾ ਬਣਨੀ ਸ਼ੁਰੂ ਹੋ ਜਾਂਦੀ, ਜਿਹਨੂੰ ਅਸੀਂ ਫਾਈਬਰੋਇਡਸ ਵੀ ਕਹਿੰਦੇ ਆ ਜੀ ਜੀ। ਜਾਂ ਫਿਰ ਓਵਰਆਲ ਸਟ੍ਰੈਸ ਕਰਕੇ ਉਹਨਾਂ ਦੇ ਵਿੱਚ ਹਾਰਮੋਨਸ ਦੇ ਇਸ਼ੂਜ਼ ਆ ਜਾਂਦੇ ਆ ਜੀ ਬਿਲਕੁਲ। ਜੋ ਐਕਚੁਅਲੀ ਜ਼ਿਆਦਾਤਰ ਦੇਖਿਆ ਜਾਂਦਾ ਫੀਮੇਲਸ ਹੈ, ਲੇਡੀਜ਼ ਹੈ, ਆਪਣੀ ਕੁਝ ਸ਼ੁਰੂਆਤੀ ਪ੍ਰੋਬਲਮ ਜਿਵੇਂ ਕਿ ਤੁਸੀਂ ਦੱਸਿਆ ਕਿ ਇਨਫੈਕਸ਼ਨ ਵਗੈਰਾ ਹੁੰਦਾ, ਸ਼ਾਇਦ ਉਸ ਨੂੰ ਇੰਨਾ ਗੰਭੀਰਤਾ ਨਾਲ ਨਹੀਂ ਲੈਂਦੀਆਂ, ਸੀਰੀਅਸਲੀ ਨਹੀਂ ਲੈਂਦੀਆਂ, ਜਿਸ ਕਰਕੇ ਇਹ ਚੀਜ਼ਾਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ। ਤੇ ਇਸ ਦੇ ਬਾਰੇ ਥੋੜਾ ਡਿਟੇਲ ਵਿੱਚ ਦੱਸੋ ਕਿ ਇਨਫੈਕਸ਼ਨਸ ਦੇ ਬਾਰੇ ਵਿੱਚ, ਤਾਂ ਕਿ ਜੋ ਲੇਡੀਜ਼ ਇਸ ਟਾਈਮ ਸ਼ੋਅ ਦੇਖ ਰਹੀਆਂ, ਕਈ ਲੇਡੀਜ਼ ਆਪਣੀ ਗੱਲ ਨਹੀਂ ਕਹਿ ਪਾਉਂਦੀਆਂ ਘਰਦਿਆਂ ਨੂੰ, ਪਰ ਤੁਹਾਡੀ ਗੱਲਾਂ ਤੋਂ ਉਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਸ਼ਾਇਦ ਜੋ ਇਨਫੈਕਸ਼ਨ ਹੈ ਉਹਨਾਂ ਵਿੱਚ ਵੀ ਕਿਤੇ ਹੈ, ਔਰ ਅਗਰ ਹੁਣੇ ਇਲਾਜ ਕਰਵਾਉਣ ਤਾਂ ਸ਼ਾਇਦ ਉਹ ਇਸ ਸਮੱਸਿਆ ਦਾ ਸ਼ਿਕਾਰ ਨਾ ਹੋ ਸਕਣ। ਇਨਫੈਕਸ਼ਨ ਇੱਕ ਬਹੁਤ ਗੰਭੀਰ ਕਾਰਨ ਹੈ ਇਸ ਚੀਜ਼ ਦਾ। ਇਨਫੈਕਸ਼ਨ ਸਿਰਫ ਬੱਚੇ ਲਈ ਨਹੀਂ, ਉਹਨਾਂ ਨੂੰ ਬਾਂਝਪਨ ਦੀ ਦਿੱਕਤ ਨਹੀਂ, ਹੋਰ ਸਰੀਰ ਵਿੱਚ ਬੜੀ ਸਾਰੀ ਦਿੱਕਤਾਂ ਹੋ ਜਾਂਦੀਆਂ ਉਹਦੇ ਕਾਰਨ। ਇਨਫੈਕਸ਼ਨ ਨਿਊਲੀ ਵੈਡ ਕਪਲਸ ਵਿੱਚ ਥੋੜੇ ਜਿਹੇ ਵੱਧ ਹੁੰਦੇ ਆ, ਜਿਹਦੇ ਲਈ ਉਹ ਉਹਨਾਂ ਨੂੰ ਡਾਕਟਰੀ ਸਲਾਹ ਲੈਣੀ ਚਾਹੀਦੀ ਤੇ ਸਿੰਪਲ ਦਵਾਈਆਂ ਨਾਲ ਉਹਦਾ ਹੱਲ ਹੋ ਜਾਂਦਾ ਹੈ ਜੀ ਜੀ। ਜੇ ਟਾਈਮ ਰਹਿੰਦੇ ਤਾਂ ਉਹਦੇ ਦਵਾਈਆਂ ਕਰ ਲਿਓ ਤੇ ਜੋ ਸਫੇਦ ਪਾਣੀ ਦੀ ਸ਼ਿਕਾਇਤ ਰਹਿੰਦੀ ਹੈ, ਖੁਜਲੀ ਰਹਿੰਦੀ ਹੈ, ਉਹਨਾਂ ਨੂੰ ਉਹ ਇਨਫੈਕਸ਼ਨ ਬੱਚੇਦਾਨੀ ਤੋਂ ਹੋ ਕੇ ਅੰਡੇਦਾਨੀਆਂ ਤੋਂ ਪੇਟ ਵਿੱਚ ਵੀ ਫੈਲ ਜਾਂਦਾ ਹੈ, ਉਸ ਚੀਜ਼ ਦਾ ਵੀ ਹੱਲ ਹੋ ਸਕਦਾ ਹੈ ਜੇ ਟਾਈਮ ਰਹਿੰਦੇ ਉਹਦਾ ਇਲਾਜ ਕਰਾ ਲਈਏ ਤੇ ਫਿਰ ਉਹਦਾ ਇਫੈਕਟ ਟਿਊਬਾਂ ਤੇ ਨਹੀਂ ਪੈਂਦਾ ਤੇ ਬਾਂਝਪਨ ਦੀ ਪ੍ਰੋਬਲਮ ਨਹੀਂ ਆਉਂਦੀ ਹੈ। ਇਹ ਰਿਪੀਟਡ ਇਨਫੈਕਸ਼ਨ ਜਦੋਂ ਹੁੰਦੇ ਆ ਉਸ ਵੇਲੇ ਫਿਰ ਬੱਚੇਦਾਨੀ ਦੀ ਲਾਈਨਿੰਗ ਵੀ ਖਰਾਬ ਹੋ ਸਕਦੀ ਹੈ, ਜਿਹਦੇ ਕਰਕੇ ਕਿ ਪੀਰੀਅਡਸ ਦੀ ਪ੍ਰੋਬਲਮ ਆ ਸਕਦੀ ਹੈ ਜਾਂ ਫਿਰ ਟਿਊਬਾਂ ਤੇ ਇਨਫੈਕਸ਼ਨ ਜਾਂ ਸੋਜ ਇੰਨੀ ਵੱਧ ਜਾਂਦੀ ਜਿਹਨੂੰ ਲੋਕਲ ਲੋਕ ਨਾੜਿਆਂ ਤੇ ਸੋਜ ਕਹਿੰਦੇ ਆ ਜੀ, ਉਹਦੇ ਕਰਕੇ ਫਿਰ ਬਾਂਝਪਨ ਦੀ ਪ੍ਰੋਬਲਮ ਰਹਿੰਦੀ ਹੈ ਜੀ ਬਿਲਕੁਲ। ਤੇ ਇੱਥੇ ਵੀ ਜਾਣਨਾ ਚਾਹੂੰਗੀ ਕਿ ਲਾਈਕ ਇਨਫੈਕਸ਼ਨ ਹੋਈ, ਜਿਵੇਂ ਕਿ ਤੁਸੀਂ ਦੱਸਿਆ ਕਿ ਈਚਿੰਗ ਹੁੰਦੀ ਹੈ ਕੁਝ, ਕਿੰਨੇ ਕੁ ਟਾਈਮ ਬਾਅਦ ਇਹ ਜੋ ਪ੍ਰੋਬਲਮ ਹੈ ਮੇਜਰ ਪ੍ਰੋਬਲਮ ਬਣ ਜਾਂਦੀ ਹੈ?
ਇਹ ਚੀਜ਼ ਕਹਿਣਾ ਔਖਾ ਹੈ ਕਿ ਕਿੰਨੇ ਟਾਈਮ ਬਾਅਦ ਉਹ ਮੇਜਰ ਬਣ ਜਾਂਦੀ ਹੈ, ਬਟ ਯੈਸ ਰਿਪੀਟਡ ਇਨਫੈਕਸ਼ਨਸ ਮੋਰ ਦੈਨ 3 ਐਪੀਸੋਡਸ they have a higher chance of having infection going to the tubes and tubes getting damaged. तो ਉਹਦੇ ਕਰਕੇ ਇਨਫੈਕਸ਼ਨ ਜਦ ਵੀ ਹੁੰਦੀ ਹੈ, ਸਿੰਪਲ ਜੀ ਗੱਲ ਹੈ, ਆਪਣੇ ਲੋਕਲ ਗਾਇਨਿਕ ਨੂੰ ਮਿਲੋ, ਸਿੰਪਲ ਜੀ ਗੋਲੀਆਂ ਮਿਲਣਗੀ, ਹਫਤੇ ਦਾ ਟ੍ਰੀਟਮੈਂਟ ਹੋਏਗਾ ਤੇ ਤੁਹਾਡਾ ਹੱਲ ਹੋ ਜਾਊਗਾ। ਜੇ ਰਿਪੀਟਡ ਇਨਫੈਕਸ਼ਨ ਹੁੰਦੇ ਰਹਿਣਗੇ ਤਾਂ ਉਹ ਇਨਫੈਕਸ਼ਨ ਟਰੈਵਲ ਕਰਕੇ ਯੂਟਰਸ ਬੱਚੇਦਾਨੀ ਤੋਂ ਹੋ ਕੇ ਟਿਊਬਾਂ ਨੂੰ ਖਰਾਬ ਕਰ ਦੂਗਾ। ਜੀ ਬਿਲਕੁਲ। ਅਗਰ ਇਨਫੈਕਸ਼ਨ ਸ਼ੁਰੂਆਤੀ ਦੌਰ ਵਿੱਚ ਹੁੰਦਾ ਹੈ ਕਿ ਉਸ ਵਜ੍ਹਾ ਨਾਲ ਵੀ ਗਰਭ ਨਹੀਂ ਠਹਿਰ ਪਾਉਂਦਾ। ਹਾਂਜੀ, ਇਨਫੈਕਸ਼ਨ ਕਰਕੇ ਕਈ ਵਾਰ ਮਿਸਕੈਰੇਜ ਜਾਂ ਅਬੋਰਸ਼ਨ ਜਿਹਨੂੰ ਕਹਿੰਦੇ ਆ ਉਹ ਵੀ ਹੋ ਜਾਂਦੇ ਨੇ, ਜਾਂ ਬੱਚੇ ਜਨਮ ਤੋਂ ਵਿਕਾਰ ਵਾਲੇ ਬੱਚੇ ਵੀ ਪੈਦਾ ਹੁੰਦੇ ਆ ਬਿਕੋਜ਼ अर्ਲੀ ਪ੍ਰੈਗਨੈਂਸੀ ਪਹਿਲੇ 3 ਮਹੀਨੇ ਜੋ ਪ੍ਰੈਗਨੈਂਸੀ ਦੇ ਉਹਦੇ ਵਿੱਚ ਜੇ ਵਾਇਰਲ ਇਨਫੈਕਸ਼ਨ ਹੋਏ ਜਾਂ ਰੂਬੈਲਾ ਦਾ ਇਨਫੈਕਸ਼ਨ ਹੋਏ ਜਾਂ ਫਿਰ ਵਜਾਈਨਲ ਇਨਫੈਕਸ਼ਨ ਜੋ ਉੱਪਰ ਟਰੈਵਲ ਕਰਦੇ ਆ ਉਹ ਵੀ ਹੋ ਸਕਦੇ ਆ। ਪ੍ਰੀਟਰਮ ਲੇਬਰ ਹੋ ਸਕਦੀ ਹੈ ਇਨਫੈਕਸ਼ਨ ਕਰਕੇ, ਬੱਚਾ 7 ਮਾਸਾ ਜਾਂ 8 ਮਾਸਾ ਪੈਦਾ ਹੋ ਸਕਦਾ ਹੈ, ਜਾਂ ਫਿਰ ਬੱਚੇਦਾਨੀ ਚ ਇਨਫੈਕਸ਼ਨ ਇੰਨਾ ਫੈਲ ਸਕਦਾ ਹੈ ਕਿ ਅਸੀਂ ਫਿਰ ਬੱਚਾ ਟਰਮੀਨੇਟ ਕਰਨਾ ਪੈ ਸਕਦਾ ਹੈ। ਇੰਨੀ ਗੰਭੀਰ ਸਮੱਸਿਆ ਵੀ ਰੂਪ ਲੈ ਸਕਦੀ ਹੈ। ਜੀ ਜੀ ਜੀ, ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਪ੍ਰੈਗਨੈਂਸੀ ਦੇ ਲਈ ਸਹੀ ਏਜ ਜੋ 25 ਤੋਂ ਹੀ ਸ਼ੁਰੂ ਹੋ ਜਾਂਦਾ, ਲੇਕਿਨ ਜੋ ਚਾਹੇ ਫਿਊਚਰ ਕਰਕੇ ਜਾਂ ਆਪਣੇ ਬਿਜ਼ੀ ਸ਼ਡਿਊਲ ਕਰਕੇ ਨਹੀਂ ਪਲਾਨ ਕਰਦੇ, ਕਾਫੀ ਲੇਟ 30s ਵਿੱਚ ਜਾਂ 35 ਦੀ ਏਜ ਵਿੱਚ ਪਲਾਨ ਕਰਦੇ ਨੇ, ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਮਤਲਬ ਪ੍ਰੋਬਲਮਸ ਆਉਂਦੀਆਂ ਨੇ, ਜਾਂ ਅਗਰ ਬਾਂਝਪਨ ਦੇ ਸ਼ਿਕਾਰ ਹੋ ਹੀ ਗਏ ਨੇ ਤਾਂ ਫਿਰ ਉਹ ਅੱਗੋਂ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਨੇ ਤਾਂ ਕਿਸ ਤਰ੍ਹਾਂ ਦੀ ਮੁਸ਼ਕਿਲਾਂ ਉਹਨਾਂ ਨੂੰ ਰਹਿੰਦੀਆਂ ਨੇ? ਆਫਟਰ 30s ਜੇ ਅਸੀਂ ਇੱਕ ਕਪਲ ਦੀ ਗੱਲ ਕਰੀਏ ਤੇ ਲੇਡੀ ਨੂੰ ਮੋਸਟ ਕਾਮਨਲੀ ਡਿਸਫੰਕਸ਼ਨਲ ਓਵੂਲੇਸ਼ਨ ਜਿਹਨੂੰ ਕਹਿੰਦੇ ਆ, ਯਾਨੀ ਅੰਡਾ ਟਾਈਮ ਤੇ ਨਹੀਂ ਬਣਨਾ, ਅੰਡਾ ਚੰਗਾ ਨਹੀਂ ਬਣਨਾ, ਇਸ ਚੀਜ਼ ਦੀ ਪਰੇਸ਼ਾਨੀ ਰਹਿੰਦੀ ਹੈ। ਦੂਜਾ ਮੋਸਟ ਕਾਮਨ ਕਾਰਨ ਹੈਗਾ ਬਾਂਝਪਨ ਦਾ, ਮੋਰ ਦੈਨ 30 ਇਅਰਸ ਜਿਨ੍ਹਾਂ ਦੀ ਏਜ ਹੈਗੀ, ਟਿਊਬਾਂ ਦੀ ਪ੍ਰੋਬਲਮ ਰਹਿਣਾ। ਉਸ ਤੋਂ ਬਾਅਦ ਤੀਜਾ ਕਾਰਨ ਆਉਂਦਾ ਬੱਚੇਦਾਨੀ ਦੀ ਪ੍ਰੋਬਲਮ ਰਹਿਣਾ, ਜਿਹਦੇ ਵਿੱਚ ਜਾਂ ਤੇ ਲਾਈਨਿੰਗ ਚੰਗੀ ਨਹੀਂ ਬਣਦੀ ਹੈ, ਜਾਂ ਪੀਰੀਅਡ ਸਹੀ ਨਹੀਂ ਆਉਂਦੇ ਆ, ਜਾਂ ਬੱਚੇਦਾਨੀ ਚ ਗਠਾਣਾ ਬਣ ਗਈ ਹੈ ਜੋ ਫਾਈਬਰੋਇਡਸ ਕਹਿਲਾਉਂਦੇ ਨੇ। ਜੀ ਜੀ ਜੀ। ਤੇ ਇਸ ਦੇ ਵਿੱਚ ਸ਼ੁਰੂਆਤੀ ਦੌਰ ਵਿੱਚ ਹੀ ਅਗਰ ਮੈਡੀਸਿਨਸ ਦੇ ਨਾਲ ਇਲਾਜ ਹੋ ਸਕਦਾ ਹੈ ਜਾਂ ਫਿਰ ਆਪਰੇਟ ਹੀ ਕਰਨਾ ਪੈਂਦਾ ਕੁਝ? ਅਗਰ ਟਿਊਬਸ ਦੀ ਆਪਾਂ ਗੱਲ ਕਰੀਏ ਕਿ ਬੰਦ ਹੋ ਗਈਆਂ ਕੁਝ ਇਸ ਤਰ੍ਹਾਂ ਦਾ, ਤਾਂ ਕਿਸ ਤਰੀਕੇ ਨਾਲ ਮਤਲਬ ਉਸਦਾ ਹੋ ਸਕਦਾ? ਜੇ ਸ਼ੁਰੂਆਤੀ ਇਨਫੈਕਸ਼ਨ ਹੈਗਾ ਤਾਂ ਹੀ ਕਰਕੇ ਅਸੀਂ ਬਾਰ-ਬਾਰ ਇਸ ਚੀਜ਼ ਤੇ ਜ਼ੋਰ ਦੇ ਰਹੇ ਹਾਂ ਕਿ ਇਨਫੈਕਸ਼ਨ ਜਿੱਦਾਂ ਹੀ ਹੋ ਰਿਹਾ ਹੈ ਉਸੇ ਵੇਲੇ ਜੇ ਤੁਸੀਂ ਉਹਦਾ ਇਲਾਜ ਕਰਾ ਲਿਓ ਕਿ ਟਿਊਬਾਂ ਤੱਕ ਇਨਫੈਕਸ਼ਨ ਨਹੀਂ ਪਹੁੰਚਿਆ ਜਾਂ ਪਹੁੰਚਿਆ ਬੜੀ ਇਨੀਸ਼ੀਅਲ ਸਟੇਜ ਤੇ ਹੈਗਾ ਤੇ ਦਵਾਈਆਂ ਨਾਲ ਹੱਲ ਪੋਸੀਬਲ ਹੈਗਾ। ਬਟ ਜੇ ਟਿਊਬਾਂ ਬੰਦ ਹੀ ਹੋ ਗਈਆਂ ਬਿਲਕੁਲ, ਉਹਨਾਂ ਤੇ ਇੰਨੀ ਸੋਜ ਆ ਗਈ ਹੈ ਬਾਰ-ਬਾਰ ਇਨਫੈਕਸ਼ਨ ਹੋਣ ਦੇ ਕਾਰਨ, ਫਿਰ ਸਰਜਰੀ ਇੱਕ ਚਾਂਸ ਲਿੱਤਾ ਜਾ ਸਕਦਾ ਹੈ, ਬਟ ਸਰਜਰੀ ਵੀ 100% ਉਹਦਾ ਹੱਲ ਨਹੀਂ ਦੇਊਗੀ। ਓਕੇ। ਕੁਝ ਪੇਸ਼ੈਂਟਸ ਵਿੱਚ ਸਰਜਰੀ ਨਾਲ ਟਿਊਬਾਂ ਖੁੱਲ ਜਾਂਦੀਆਂ ਤੇ ਕੰਮ ਵੀ ਕਰਨ ਲੱਗ ਜਾਂਦੀਆਂ, ਬਟ ਮੋਰ ਦੈਨ 50% ਆਫ ਦੀ ਪੇਸ਼ੈਂਟ ਜੇ ਟਿਊਬਾਂ ਤੇ ਸੋਜ ਆ ਗਈ ਹੈ ਤੇ ਫਿਰ ਟੈਸਟ ਟਿਊਬ ਬੇਬੀ ਹੀ ਹੱਲ ਬਚਦਾ ਉਹਨਾਂ ਦੇ ਲਈ। ਜੀ, ਅਗਰ 2 ਟਿਊਬਸ ਹੁੰਦੀ, ਅਗਰ ਇੱਕ ਬਲੌਕ ਹੋ ਜਾਏ ਤਾਂ ਵੀ ਕਿਆ ਪ੍ਰੈਗਨੈਂਸੀ ਹੋ ਸਕਦੀ ਹੈ? ਬਿਲਕੁਲ, ਇੱਕ ਟਿਊਬ ਇਜ਼ ਸਫੀਸ਼ੀਐਂਟ। ਜਿੱਦਾਂ ਇੱਕ ਕਿਡਨੀ ਨਾਲ ਬੰਦਾ ਆਪਣੀ ਪੂਰੀ ਜ਼ਿੰਦਗੀ ਬਿਤਾ ਸਕਦਾ ਹੈ, ਹੱਸੀ ਖੁਸ਼ੀ ਜੀ ਸਕਦਾ ਹੈ, ਇਸੇ ਢੰਗ ਨਾਲ ਇੱਕ ਟਿਊਬ ਨਾਲ ਵੀ ਪ੍ਰੈਗਨੈਂਸੀ ਇਜ਼ ਡੈਫੀਨਿਟਲੀ ਪੋਸੀਬਲ। ਕਈ ਪੇਸ਼ੈਂਟਸ ਨੂੰ ਐਕਟੋਪਿਕ ਯਾਨੀ ਬੱਚਾ ਟਿਊਬ ਵਿੱਚ ਠਹਿਰ ਜਾਂਦਾ ਹੈ, ਉਸ ਕੇਸ ਵਿੱਚ ਸਾਨੂੰ ਟਿਊਬ ਕੱਢਣੀ ਪੈਂਦੀ ਹੈ। ਜੇ ਟਿਊਬ ਕਢਾ ਲਈਏ ਤੇ ਫਿਰ ਵੀ ਨੈਚੁਰਲ ਪ੍ਰੈਗਨੈਂਸੀ ਜਾਂ ਫਿਰ ਥੋੜੀ ਮੋਟੀ ਦਵਾਈਆਂ ਨਾਲ ਪ੍ਰੈਗਨੈਂਸੀ ਪੋਸੀਬਲ ਹੁੰਦੀ ਹੈ। ਇੱਕ ਟਿਊਬ ਇਜ਼ ਸਫੀਸ਼ੀਐਂਟ। ਜੀ, ਜਿਵੇਂ ਕਿ ਤੁਸੀਂ ਕਿਹਾ ਕਿ ਕਈ ਵਾਰ ਬੱਚਾ ਟਿਊਬ ਦੇ ਵਿੱਚ ਹੋ ਜਾਂਦਾ ਹੈ ਤਾਂ ਉਸ ਦੇ ਵਿੱਚ ਕਿੰਨਾ ਕੁ ਰਿਸਕ ਰਹਿੰਦਾ ਹੈ ਲੇਡੀ ਦੇ ਲਈ? ਮਤਲਬ ਮਾਂ ਨੂੰ ਬਹੁਤ ਜ਼ਬਰਦਸਤ ਰਿਸਕ ਰਹਿੰਦਾ ਹੈ ਜੀ, ਬਿਕੋਜ਼ ਜੇ ਟਿਊਬ ਵਿੱਚ ਬੱਚਾ ਹੁੰਦਾ ਹੈ ਤੇ ਟਿਊਬ ਦੀ ਇੰਨੀ ਕੈਪੈਸਿਟੀ ਨਹੀਂ ਹੁੰਦੀ ਜਿੱਦਾਂ ਬੱਚੇ ਜਾਨੀ ਤੇ ਬੱਚੇ ਨੂੰ 9 ਮਹੀਨੇ ਆਪਣੇ ਅੰਦਰ ਪਾਲ ਸਕਦੀ ਹੈ। ਟਿਊਬ ਉਸ ਸਟੇਜ ਤੇ ਜਦੋਂ ਬੱਚਾ ਵੱਡਾ ਹੋਣਾ ਸ਼ੁਰੂ ਹੁੰਦਾ ਤੇ ਟਿਊਬ ਫਟ ਜਾਂਦੀ ਹੈ। ਪ੍ਰੈਗਨੈਂਸੀ ਕਰਕੇ ਉੱਥੇ ਵੈਸਕੂਲੈਰਿਟੀ ਯਾਨੀ ਬਲੱਡ ਫਲੋ ਇੰਨਾ ਹੁੰਦਾ ਹੈ ਕਿ ਬਹੁਤ ਜ਼ਿਆਦਾ ਬਲੱਡ ਲਾਸ ਹੁੰਦਾ ਹੈ ਉਹਦੇ ਸਰੀਰ ਵਿੱਚ, ਤੇ ਉਹ ਉਹਨੂੰ ਨਾਰਮਲ ਪ੍ਰੈਗਨੈਂਸੀ ਦਾ ਪੇਨ ਕਰਕੇ ਕਈ ਵਾਰ ਅਵੋਇਡ ਕਰ ਦਿੰਦੇ ਨੇ ਕਿ ਕੋਈ ਨਹੀਂ ਥੋੜਾ ਮੋਟਾ ਪੇਨ ਹੋ ਰਿਹਾ ਹੈ। ਜੀ ਜੀ ਜੀ। ਜਦ ਤੱਕ ਪੇਟ 'ਚ ਉਹ ਖੂਨ ਇੰਨਾ ਭਰ ਜਾਂਦਾ ਹੈ ਫਿਰ ਉਹਦੀ ਜਾਨ ਬਚਾਉਣ ਲਈ ਸਾਨੂੰ ਟਿਊਬ ਵੀ ਕੱਢਣੀ ਪੈਂਦੀ ਹੈ, ਬਲੱਡ ਵੀ ਚੜਾਉਣਾ ਪੈਂਦਾ ਹੈ, ਤੇ ਉਹ ਤਾਂ ਬਹੁਤ ਰਿਸਕੀ ਚੀਜ਼ ਹੁੰਦੀ ਹੈ। ਜਿਵੇਂ ਕਿ ਆਪਾਂ ਗੱਲ ਕਰ ਰਹੇ ਹਾਂ ਕਿ ਕਈ ਵਾਰੀ ਦੋਨੋਂ ਟਿਊਬਸ ਹੀ ਡੈਮੇਜ ਹੋ ਜਾਂਦੀਆਂ ਨੇ, ਉਸ ਹਾਲਤ ਵਿੱਚ ਟੈਸਟ ਟਿਊਬ ਬੇਬੀ ਹੀ ਸਾਨੂੰ ਕਰਨਾ ਪੈਂਦਾ ਹੈ, ਤਾਂ ਉਸ ਵਿੱਚ ਪ੍ਰੈਗਨੈਂਸੀ ਕਿਵੇਂ ਰਹਿੰਦੀ? ਕਿ ਨਾਰਮਲ ਹੁੰਦਾ ਹੈ ਕਿ ਉਸ ਦੇ ਵਿੱਚ ਵੀ ਕੋਈ ਖਾਸ ਤਰ੍ਹਾਂ ਦਾ ਇਹਤਿਆਤ ਰੱਖਣਾ ਪੈਂਦਾ ਹੈ? ਨਹੀਂ, ਜੇ ਟਿਊਬਾਂ ਕਰਕੇ ਅਸੀਂ IVF ਯਾਨੀ ਟੈਸਟ ਟਿਊਬ ਬੇਬੀ ਕੀਤਾ ਹੈ ਤੇ ਉਹਦੇ ਲਈ ਕੋਈ ਖਾਸ ਇਹਤਿਆਤ ਕਰਨ ਵਾਲੀ ਗੱਲ ਨਹੀਂ ਹੈਗੀ। ਉਹ ਕਿਸੇ ਵੀ IVF ਵਿੱਚ ਨਹੀਂ ਹੁੰਦੀ ਹੈ। ਜੀ ਜੀ। ਪਹਿਲੇ 3 ਮਹੀਨੇ ਜ਼ਰੂਰ ਸਪੈਸ਼ਲ ਦਵਾਈਆਂ ਚੱਲਦੀਆਂ ਪੇਸ਼ੈਂਟ ਦੀ, ਬਿਕੋਜ਼ ਅਸੀਂ ਦਵਾਈਆਂ ਨਾਲ ਬੱਚਾ ਠਹਿਰਾਇਆ ਹੈ। ਜੀ। ਤਾਂ ਉਹ ਦਵਾਈਆਂ ਜਦ ਤੱਕ ਉਹਦਾ ਪਲੈਸੈਂਟਾ ਆਵਲ ਨਾਲ ਜਦ ਤੱਕ ਹਾਰਮੋਨਸ ਨਹੀਂ ਬਣਾਉਣਾ ਸ਼ੁਰੂ ਕਰ ਦਿੱਤੀ ਉਸ ਟਾਈਮ ਤੱਕ ਅਸੀਂ ਸਪੈਸ਼ਲ ਦਵਾਈਆਂ ਦਿੰਦੇ ਹਾਂ। ਉਸ ਤੋਂ ਬਾਅਦ ਤੇ ਫਿਰ ਜਿੱਦਾਂ ਨਾਰਮਲ ਪ੍ਰੈਗਨੈਂਸੀ ਦਾ ਹੋਣਾ ਚਾਹੀਦਾ ਉਹੀ ਚੀਜ਼ਾਂ ਚੱਲਦੀਆਂ ਨੇ। ਜੀ, ਤੇ ਫਿਲਹਾਲ ਇੱਕ ਕਾਲਰ ਸਾਡੇ ਨਾਲ ਲਾਈਨ ਤੇ ਨੇ। ਹੈਲੋ हेलो। ਹਾਂਜੀ मैम। हेलो नमस्ते मैम। हाँ जी नमस्ते जी, क्या नाम है, केड़ी जगह तो बोल रहे हो? जी मेरा नाम कीर्ति है, मैं दिल्ली तो बोल रही हूँ। हाँ जी, की पूछना चाहते हो तुसी? जी मैं चेक करवाया है, मैं 1.5 साल हो गए ने गया नहीं, मेरी ट्यूबा बंद आ।
ਜੀ ਤੇ ਮੈਨੂੰ ਡਾਕਟਰ ਨੇ ਦੱਸਿਆ ਕਿ ਮੇਰੀ ਇੱਕ ਬਿਲਕੁਲ ਬਲੌਕ ਹੈ, ਇੱਕ ਥੋੜੀ ਜਿਹੀ ਚਾਂਸ ਹੈ ਖੁੱਲਣ ਦੇ, ਉਹ ਵੀ ਉਹਨਾਂ ਨੇ ਘੱਟ ਚਾਂਸ ਦੱਸੇ ਖੁੱਲਣ ਦੇ। ਮੈਨੂੰ ਨਾ 2-3 ਸਾਲ ਪਹਿਲਾਂ ਟੀਵੀ ਹੋ ਗਈ ਸੀ, ਡਾਕਟਰ ਕਹਿੰਦੇ ਕਿ ਟੀਵੀ ਦੇ ਕਾਰਨ ਬੰਦ ਹੋ ਗਈ ਹੈ, ਤੇ ਆਪਰੇਸ਼ਨ ਦੱਸਿਆ ਮੈਨੂੰ। ਜੀ ਤੇ ਮੈਨੂੰ ਆਪਰੇਸ਼ਨ ਤੋਂ ਬਾਅਦ ਵੀ ਚਾਂਸ ਘੱਟ ਦੱਸ ਰਹੇ, तो मैं पूछना चाहती कोई और इलाज या फिर मैं होम्योपैथी में ਇਹਦਾ ਇਲਾਜ ਕਰਾਵਾਂ ਕਿ ਕਰਾਵਾਂ? ਅੱਛਾ, ਮਤਲਬ ਇਹ ਆਪਰੇਟ ਨਹੀਂ ਕਰਵਾਉਣਾ ਚਾਹ ਰਹੇ, ਪੁੱਛਣਾ ਚਾਹ ਰਹੇ ਨੇ ਕਿ ਇਸ ਦਾ ਕੋਈ ਹੋਰ ਇਲਾਜ ਹੈ? ਬੇਟਾ ਦੇਖੋ, ਬੱਚੇ ਲਈ ਤੁਸੀਂ ਕੋਸ਼ਿਸ਼ ਕਰ ਰਹੇ ਹੋ ਤੇ ਤੁਹਾਡੀ ਟਿਊਬਾਂ ਖਰਾਬ ਦੱਸੀ ਗਈਆਂ, ਤੁਹਾਨੂੰ ਇੱਕ ਟੀਬੀ ਦੀ ਵੀ ਸ਼ਿਕਾਇਤ ਰਹਿ ਚੁੱਕੀ ਹੈ। ਇਸ ਕੇਸ ਵਿੱਚ ਜੇ ਅਸੀਂ ਆਪਰੇਸ਼ਨ ਦੇ ਨਾਲ ਟਿਊਬਾਂ ਨੂੰ ਖੋਲਣ ਦੀ ਕੋਸ਼ਿਸ਼ ਕਰਾਂਗੇ ਤੇ ਉਹਦੇ ਵਿੱਚ ਬਹੁਤ ਘੱਟ ਚਾਂਸ ਹੈਗੇ ਕਿ ਟਿਊਬਾਂ ਫੰਕਸ਼ਨਲ ਯਾਨੀ ਕੰਮ ਕਰਨ ਵਾਲੀ ਹਾਲਤ ਵਿੱਚ ਆ ਪਾਣਗੀ, ਤੇ ਦਵਾਈਆਂ ਦਾ ਇਹਦੇ ਨਾਲ ਹੱਲ ਨਹੀਂ ਹੋਣਾ ਹੈ। ਆਪਰੇਸ਼ਨ ਦੇ ਵੀ ਚਾਂਸਸ ਘੱਟ ਨੇ। ਤੁਸੀਂ ਬੱਚਾ ਜਲਦੀ ਤੋਂ ਜਲਦੀ ਕਰਨ ਲਈ ਬੱਚੇ ਲਈ ਇਲਾਜ ਜੋ ਕਰਾਣਾ ਹੈ ਉਹ ਕਰਾਉਣ ਦੀ ਲੋੜ ਪੈਣੀ ਹੈ, ਜਿਹਦੇ ਵਿੱਚ ਤੁਹਾਡੇ ਡਾਕਟਰ ਤੁਹਾਨੂੰ ਟੈਸਟ ਟਿਊਬ ਬੇਬੀ ਲਈ ਕਹਿਣਗੇ, ਤੇ ਉਹਦੇ ਲਈ ਟਾਈਮ ਹੋਰ ਨਾ ਖਰਾਬ ਕਰੋ, ਬਿਕੋਜ਼ ਉਹਦੇ ਲਈ ਕੀ ਹੋਏਗਾ, ਤੁਹਾਡਾ ਏਜ ਫੈਕਟਰ ਜਿੱਦਾਂ ਜਿੱਦਾਂ ਵੱਧਦਾ ਜਾਏਗਾ ਇਹ ਟਿਊਬਾਂ ਤੇ ਠੀਕ ਹੋਣੀ ਨਹੀਂ, ਪ੍ਰੋਬਲਮ ਹੋਰ ਕੋਈ और ਜ਼ਰੂਰ ਐਡ ਹੋ ਜਾਣੀ ਹੈ। ਅੱਛਾ, ਤੇ ਟਾਈਮ ਹੋਰ ਨਹੀਂ ਖਰਾਬ ਕਰਕੇ ਕਿਸੇ ਦਵਾਈ ਗੋਲੀ ਦੇ ਚੱਕਰ ਵਿੱਚ ਨਾ ਪਾਓ ਤੇ ਟੈਸਟ ਟਿਊਬ ਬੇਬੀ ਵੱਲ ਸੋਚੋ। तो मैम मैं ऑपरेशन ना करवावां? बेटे ऑपरेशन नाल ज्यादा फायदा नहीं होना। हो सकता है कि ट्यूब खुल जाए, पर खुलन के बाद कितना काम करेगी वो कहना कोई पॉसिबिलिटी नहीं हैगी साडे कोल। तुसी एक चांस ले सकते हो, बट टीबी दे नाल जो ट्यूबां खराब होंदियां वो ऑपरेशन नाल ठीक हो नहीं पांदी बेटे। अच्छा जी, हाँ जी ਜੀ ਜਿਵੇਂ ਕਿ ਇਹਨਾਂ ਨੇ ਵੀ ਗੱਲ ਕੀਤੀ ਕਿ ਪਹਿਲਾਂ ਇਹਨਾਂ ਨੂੰ ਟੀਬੀ ਰਹਿ ਚੁੱਕੀ, ਉਸ ਤੋਂ ਬਾਅਦ ਇੱਕ ਟਿਊਬ ਪੂਰੀ ਤਰ੍ਹਾਂ ਡੈਮੇਜ ਹੈ, ਦੂਸਰੀ ਥੋੜਾ ਬਹੁਤ ਕੰਮ ਕਰ ਰਹੀ ਹੈ, ਤਾਂ ਇਹੋ ਜਿਹੇ ਮਾਮਲੇ ਵਿੱਚ ਕਈ ਲੋਕ ਜ਼ਿਆਦਾ ਆਪਣਾ ਟਾਈਮ ਇਸੇ ਚੀਜ਼ 'ਚ ਲਗਾ ਦਿੰਦੇ ਆ ਕਿ ਸ਼ਾਇਦ ਕੋਈ ਦਵਾਈ ਲੈ ਕੇ ਅਸੀਂ कराइए ना कराइए। बिल्कुल सही कह रहे हो तुसी। उस चीज़ ने पेशेंट ਨੂੰ ਬਿਲਕੁਲ ਕਲੀਅਰਲੀ ਸਮਝਣਾ ਚਾਹੀਦਾ ਕਿ ਬੱਚੇ ਲਈ ਸਾਨੂੰ ਟਿਊਬਾਂ ਦੀ ਸਖਤ ਜ਼ਰੂਰਤ ਹੈਗੀ। ਤੁਸੀਂ ਇੱਕ ਥਾਂ ਤੋਂ ਯਾਨੀ ਅੰਡੇਦਾਨੀ ਤੋਂ ਅੰਡਾ ਚੱਕ ਕੇ ਬੱਚੇਦਾਨੀ ਤੋਂ ਲੈ ਕੇ ਆਣਾ, ਜਿਹਦੇ ਲਈ ਉਹ ਨਲੀਆਂ ਹੀ ਇੱਕ ਜ਼ਰੀਆ ਹੈਗਾ। ਜੇ ਨਲੀਆਂ ਖਰਾਬ ਹੋ ਗਈਆਂ ਨੇ, ਕਿਸੇ ਵੀ ਕਾਰਨਵਸ਼ ਖਰਾਬ ਹੋ ਗਈਆਂ ਨੇ, ਤੇ ਉਹਨਾਂ ਨੂੰ ਅਸੀਂ ਮਕੈਨੀਕਲੀ ਜੇ ਖੋਲ ਵੀ ਦੇਣਗੇ ਤੇ ਉਹਨਾਂ ਨੇ ਕੰਮ ਨਹੀਂ ਕਰਨਾ। ਕੰਮ ਕਰਨ ਦਾ ਮਤਲਬ ਹੈ ਅਸੀਂ ਜੇ ਕੈਥੇਟਰ ਪਾ ਕੇ, ਮਕੈਨੀਕਲ ਬਲੌਕ ਨਹੀਂ ਹੈਗਾ, ਇਨਫੈਕਸ਼ਨ ਦੇ ਨਾਲ ਜੇ ਖਰਾਬ ਹੋਈਆਂ ਨੇ ਤੇ ਉਹਨਾਂ ਦੇ ਵਿੱਚ ਜੋ ਕੰਮ ਕਰਨ ਵਾਲੇ ਮਾਈਕਰੋਵਿਲਾ ਯਾਨੀ ਚੱਪੂ ਜੀ ਚੀਜ਼ ਹੁੰਦੀ ਹੈ, ਅੰਡਾ ਗੋਲ ਹੁੰਦਾ ਹੈ, ਅੰਡਾ ਆਪਣੇ ਆਪ ਨਹੀਂ ਚੱਲ ਕੇ ਜਾ ਸਕਦਾ, ਉਹਦੀ ਟਾਂਗਾ ਨਹੀਂ ਹੈਗੀ, ਤੇ ਉਹ ਜੋ ਟਿਊਬਾਂ ਹੈਗੀ ਉਹਨਾਂ ਦੇ ਵਿੱਚ ਸਪੈਸ਼ਲ ਮੈਕੈਨਿਜ਼ਮ ਹੁੰਦਾ ਹੈ ਜਿਹਦੇ ਨਾਲ ਉਹ ਅੰਡੇ ਨੂੰ ਧੱਕਾ ਮਾਰਦੇ ਨੇ। ਇਨਫੈਕਸ਼ਨ ਨਾਲ ਸਭ ਤੋਂ ਪਹਿਲਾਂ ਉਹ ਧੱਕਾ ਮਾਰਨ ਵਾਲੇ ਜੋ ਚੱਪੂ ਹੈਗੇ ਉਹ ਖਰਾਬ ਹੁੰਦੇ ਆ। ਅਸੀਂ ਮਕੈਨੀਕਲੀ ਕੈਥੇਟਰ ਨਾਲ ਜੇ ਟਿਊਬ ਯਾਨੀ ਪਾਈਪ ਖੋਲ ਵੀ ਦੇਣਗੇ ਉਹ ਚੱਪੂ ਨਹੀਂ ਦੁਬਾਰਾ ਬਣ ਕੇ ਆਂਦੇ। ਠੀਕ ਹੈ ਜੀ। ਤਾਂ ਹੀ ਕਰਕੇ ਆਪਰੇਸ਼ਨਸ ਮੋਰ ਦੈਨ 50% ਹੀ ਸਾਡੇ ਕੋਲ 50-50 ਰੇਸ਼ੋ ਰਹਿੰਦੀ ਹੈ ਕਿ 50% ਜਿੱਥੇ ਥੋੜਾ ਮੋਟਾ ਕਚਰਾ ਸੀ ਉਹ ਸਾਫ਼ ਕਰਨ ਨਾਲ ਟਿਊਬਾਂ ਹੋ ਸਕਦਾ ਹੈ ਕੰਮ ਕਰ ਜਾਣ। ਮੋਸਟ ਆਫ ਦੇ ਕੇਸਿਸ ਉਹ ਕੰਮ ਨਹੀਂ ਕਰ ਪਾਉਂਦੀ ਹੈ। ਜੀ ਬਿਲਕੁਲ, ਲਾਈਕ ਮੈਂ ਇਹਨਾਂ ਨੇ ਦੱਸਿਆ ਕਿ ਹਲੇ 1.5-2 ਸਾਲ ਹੀ ਹੋਏ ਇਹਨਾਂ ਦੀ ਮੈਰਿਜ ਨੂੰ ਔਰ ਕਨਸੀਵ ਨਹੀਂ ਹੋ ਪਾ ਰਿਹਾ ਔਰ ਟੀਬੀ ਕਰਕੇ ਇਹਨਾਂ ਦੀ ਦੋਵੇਂ ਟਿਊਬਸ ਵੀ ਖਰਾਬ ਰਹੀਆਂ ਨੇ, ਤੇ ਵਾਕਈ ਇਹਨਾਂ ਨੂੰ ਸਮਾਂ ਰਹਿੰਦਿਆਂ ਸਹੀ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਅੱਗੋਂ ਪ੍ਰੋਬਲਮ ਨਾ ਆਵੇ, ਕਿਉਂਕਿ ਜ਼ਿਆਦਾਤਰ ਇਹਨਾਂ ਦੇ ਕੋਲ ਤਾਂ ਬਹੁਤ ਮੇਜਰ ਰੀਜ਼ਨ ਹੈਗਾ, ਇਹਨਾਂ ਨੂੰ ਪਤਾ ਹੈ ਸਾਡੀ ਪ੍ਰੋਬਲਮ ਕੀ ਹੈ ਤੇ ਉਹਦਾ ਹੱਲ ਕੀ ਹੈ ਤੇ ਫਿਰ ਕਿਸ ਚੀਜ਼ ਦੀ ਵੇਟ ਕਰਨੀ ਹੈ। ਬਿਲਕੁਲ ਅੱਛੇ ਡਾਕਟਰ ਕੋਲ ਜਾਓ ਤੇ ਆਪਣਾ IVF ਕਰਾਓ। ਬਿਲਕੁਲ ਬਿਲकुल, ਤੇ ਇਹ ਅਸੀਂ ਸ਼ੋ ਹੈਲਥ ਇਜ਼ ਵੈਲਥ ਇਸੇ ਲਈ ਲੈ ਕੇ ਆ ਰਹੇ ਹਾਂ ਤਾਂ ਕਿ ਅਸੀਂ ਲੋਕਾਂ ਵਿੱਚ ਸਮਾਜ ਵਿੱਚ ਜਾਗਰੂਕਤਾ ਫੈਲਾ ਸਕੀਏ, ਕਿਉਂਕਿ ਬਾਂਝਪਨ ਇੱਕ ਬਿਮਾਰੀ ਜ਼ਰੂਰੀ ਹੈ ਲੇਕਿਨ ਇਹ ਲਾਇਲਾਜ ਬਿਮਾਰੀ ਨਹੀਂ ਹੈ। ਮੌਕਾ ਰਹਿੰਦੇ ਅਗਰ ਅਸੀਂ ਸਹੀ ਡਾਕਟਰ ਦੀ ਸਲਾਹ ਨਾਲ ਚੱਲਾਂਗੇ ਤਾਂ ਅਸੀਂ ਆਪਣੀ ਮਾਂ ਦੀ ਸਿਹਤ ਵੀ ਸਹੀ ਰੱਖ ਸਕਾਂਗੇ ਤੇ ਤੰਦਰੁਸਤ ਬੱਚੇ ਨੂੰ ਵੀ ਜਨਮ ਦਿੱਤਾ ਜਾ ਸਕਦਾ ਤੇ ਘਰ ਦੇ ਵਿੱਚ ਖੁਸ਼ੀਆਂ ਲਿਆਈਆਂ ਜਾ ਸਕਦੀਆਂ ਨੇ। ਤੇ ਡਾਕਟਰ ਹੋਰ ਇਸੇ ਬਾਰੇ ਹੀ ਜਾਣਨਾ ਚਾਹੂੰਗੀ ਕਿ ਲਾਈਕ ਇਹ ਤਾਂ ਚਲੋ ਰਹੀ ਇਹਨਾਂ ਦੀ ਏਜ ਵੀ ਘੱਟ ਹੈ ਤੇ ਇਹ ਹਲੇ ਹੁਣੇ ਇਹਨਾਂ ਨੇ 1.5-2 ਸਾਲ ਹੋਏ ਕਿ ਇਹ ਚਾਹੁੰਦੇ ਨੇ ਕਿ ਉਸ ਤੋਂ ਬਾਅਦ ਹੁਣ ਬੱਚਾ ਹੋ ਜਾਏ, ਲੇਕਿਨ ਕਈ ਲੋਕ ਜੋ ਕਾਫੀ ਏਜ ਲੰਘਾ ਦਿੰਦੇ ਨੇ ਉਸ ਤੋਂ ਬਾਅਦ ਐਵੇਂ ਸੋਚਦੇ ਨੇ ਤਾਂ ਫਿਰ ਕੀ ਟਿਊਬਸ ਵੀ ਡੈਮੇਜ ਹੋ ਜਾਂਦੀ ਹੈ, ਉਸ ਤੋਂ ਬਾਅਦ ਪ੍ਰੈਗਨੈਂਸੀ ਚਾਹੁੰਦੇ ਨੇ ਤਾਂ ਫਿਰ ਬੋਡੀ ਕਿੰਨਾ ਕੁ ਸਪੋਰਟ ਕਰਨ ਦੀ ਹਾਲਤ ਵਿੱਚ ਰਹਿੰਦੀ ਹੈ ਜ਼ਿਆਦਾ ਏਜ ਵਿੱਚ? देखिए एज ताई साडे लिए एक बहुत इंपॉर्टेंट फैक्टर रहता है कि सक्सेस किन्नी मिलनी है सानू ट्रीटमेंट दे नाल। जे असी सिमिलर फैक्टर जिद्दां इन्हां दा ट्यूब दा फैक्टर हैगा, ये ट्यूब फैक्टर 22-25 साल दी कुड़ी नू जे ट्यूबल डैमेज हैगा कि ट्यूब्स खराब हैगी मेरी, ਉਹਨਾਂ ਦੇ ਚਾਂਸਸ ਵੇਖੀਏ ਤੇ ਇਦਾਂ ਹੀ ਇੱਕ 35 ਪਲੱਸ ਦੀ ਲੇਡੀ ਹੈ ਜਿਨ੍ਹਾਂ ਦੀ ਟਿਊਬਾਂ, ਉਹਨਾਂ ਦੀ ਵੀ ਟਿਊਬਾਂ ਹੀ ਖਰਾਬ ਨੇ, ਬਾਕੀ ਸਾਰੇ ਟੈਸਟ ਨਾਰਮਲ ਹੋਣ ਦੇ ਬਾਅਦ 25 ਇਅਰਸ ਦੀ ਕੁੜੀ ਬਹੁਤ ਈਜ਼ੀਲੀ ਪ੍ਰੈਗਨੈਂਟ ਹੋ ਸਕਦੀ ਹੈ ਐਜ਼ ਕੰਪੇਅਰ ਟੂ ਦ 35 ਬਿਕੋਜ਼ ਏਜ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੁੰਦਾ ਹੈ ਜੋ ਹਰ ਚੀਜ਼ ਤੇ ਇਫੈਕਟ ਪਾਉਂਦਾ ਹੈ ਔਨ ਦੀ ਸਕਸੈਸ ਰੇਟ ਆਲਸੋ। ਜੇ ਅਸੀਂ IVF ਦਾ ਸਕਸੈਸ ਰੇਟ ਲੈਸ ਦੈਨ 30 ਇਅਰਸ ਵਿੱਚ ਦੇਖੀਏ ਫੀਮੇਲ ਫੈਕਟਰ
ਤੇ ਅਰਾਊਂਡ 40 to 50% ਰਹਿੰਦਾ ਹੈ। ਉਹੀ ਚੀਜ਼ 35 ਪਲੱਸ ਦੇਖੀਏ ਤਾਂ ਉਹ 30% ਹੋ ਜਾਂਦਾ ਹੈ, ਤੇ 40 ਪਲੱਸ ਦੇਖੀਏ ਤੇ ਉਹ ਅਰਾਊਂਡ 20% ਰਹਿ ਜਾਂਦਾ ਹੈ। ਉਹਦਾ ਮੇਨ ਕਾਰਨ ਇਹੀ ਹੈ ਕਿ ਬਾਡੀ ਦੀ ਜੋ ਆਪਣੀ ਇੱਕ ਰੈਜ਼ਿਸਟੈਂਸ ਹੈਗੀ ਉਹ ਚੀਜ਼, ਜਾਂ ਹੋਰ ਨਾਲ ਦੀ ਪ੍ਰੋਬਲਮਸ ਹੈਗੀ, ਜਿੱਦਾਂ ਹਾਰਮੋਨ ਦੀ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਹੈ, ਬਲੱਡ ਪ੍ਰੈਸ਼ਰ ਆ ਗਿਆ ਹੈ, ਸ਼ੂਗਰ ਦੀ ਦਿੱਕਤ ਸ਼ੁਰੂ ਹੋ ਗਈ ਹੈ, ਜਾਂ ਐਸ ਸੱਚ ਏਜ ਫੈਕਟਰ ਕਰਕੇ ਕੋਈ ਇਮਿਊਨੋਲੋਜੀਕਲ ਫੈਕਟਰ ਹੈਗਾ, ਤਾਂ ਉਹ ਕਰਕੇ ਉਹ ਲੇਡੀ ਬਾਰ-ਬਾਰ ਐਮਬ੍ਰਿਓਜ਼ ਰਿਜੈਕਟ ਕਰਦੀ ਜਾਂਦੀ ਹੈ। ਜੀ ਤੇ ਇੱਥੇ ਮੈਂ ਜਾਣਨਾ ਚਾਹੂੰਗੀ ਕਿ ਲਾਈਕ ਟਿਊਬਸ ਬੰਦ ਹੁੰਦੀਆਂ ਨੇ, ਇੱਕ ਆਪਾਂ ਇਨਫੈਕਸ਼ਨ ਰੀਜ਼ਨ ਮੰਨ ਲੈਂਦੇ ਆ, ਦੂਸਰਾ ਕਿ ਪਹਿਲਾਂ ਟੀਬੀ ਰਹਿ ਚੁੱਕੀ ਹੈ, ਇਸ ਤੋਂ ਇਲਾਵਾ ਹੋਰ ਕੀ ਰੀਜ਼ਨਸ ਰਹਿੰਦੇ ਕਿ ਟਿਊਬਸ ਡੈਮੇਜ ਹੋ ਜਾਂਦੀਆਂ? ਟਿਊਬਸ ਡੈਮੇਜ ਹੋਣ ਦੇ ਹੋਰ ਰੀਜ਼ਨ ਜੇ ਅਸੀਂ ਦੇਖੀਏ, ਪਹਿਲਾਂ ਕੋਈ ਸਰਜੀਕਲ ਆਪਰੇਸ਼ਨ, ਪਹਿਲਾਂ ਕੋਈ ਅਪੈਂਡਿਕਸ ਦਾ ਆਪਰੇਸ਼ਨ, ਅਪੈਂਡਿਕਸ ਫਟਿਆ ਹੈ, ਪੇਟ ਵਿੱਚ ਕਿਸੇ ਹੋਰ ਚੀਜ਼ ਦਾ ਆਪਰੇਸ਼ਨ ਕੀਤਾ ਹੈ, ਜਿੱਦਾਂ ਐਕਟੋਪਿਕ ਵਾਲੇ ਪੇਸ਼ੈਂਟਸ ਹੈਗੇ, ਇੱਕ ਟਿਊਬ ਤੇ ਨਿਕਲ ਗਈ ਲੇਕਿਨ ਬਲੱਡ ਕਰਕੇ ਦੂਜੀ ਟਿਊਬ ਤੇ ਵੀ ਇਫੈਕਟ ਆ ਗਿਆ, ਉੱਥੇ ਵੀ ਐਡੈਜ਼ਨਸ ਬਣ ਗਏ ਹੈ। ਟਿਊਬਰਕਲੋਸਿਸ ਸਾਨੂੰ ਇੱਕ ਇੰਡੀਆ ਵਿੱਚ ਬਹੁਤ ਇੰਪੋਰਟੈਂਟ ਕਾਰਨ ਹੈ ਇਸ ਚੀਜ਼ ਦਾ। ਇਸ ਤੋਂ ਇਲਾਵਾ ਐਂਡੋਮੈਟਰੀਓਸਿਸ ਇੱਕ ਇਦਾਂ ਦੀ ਬਿਮਾਰੀ ਹੈ ਜੋ ਅੰਡੇਦਾਨੀ, ਟਿਊਬਾਂ ਤੇ ਬੱਚੇਦਾਨੀ ਤਿੰਨੋਂ ਨੂੰ ਇਫੈਕਟ ਕਰਦੀ ਹੈ। ਜੀ ਐਂਡੋਮੈਟਰੀਓਸਿਸ ਦੀ ਜੇ ਅਸੀਂ ਸੋਚੀਏ ਕਿ ਕੀ ਹੁੰਦਾ ਹੈ ਐਂਡੋਮੈਟਰੀਓਸਿਸ, ਜਦੋਂ ਇੱਕ ਲੇਡੀ ਨੂੰ ਮਾਸਿਕ ਆਂਦਾ ਹੈ ਤੇ ਉਹ ਖੂਨ ਜੇ ਬੈਕ ਪ੍ਰੈਸ਼ਰ ਮਾਰਨ ਲੱਗ ਜੇ ਕਿ ਬੱਚੇਦਾਨੀ ਤੋਂ ਥੱਲੇ ਆਣ ਦੀ ਬਜਾਏ ਉਹ ਟਿਊਬਾਂ ਦੇ ਰਸਤੇ ਹੋ ਕੇ ਪੇਟ ਜਾਣਾ ਸ਼ੁਰੂ ਹੋ ਜਾਏ, ਤਾਂ ਦੈਟ ਬਲੱਡ ਇਜ਼ ਅ ਵੈਰੀ ਇਰੀਟੇਟਿੰਗ ਫੈਕਟਰ, ਜਿਹਦੇ ਕਰਕੇ ਬਾਡੀ ਉਹਨੂੰ ਮੇਬੀ ਐਕਸਟਰਨਲ ਫੈਕਟਰ ਸਮਝ ਕੇ ਇਰੀਟੇਸ਼ਨ ਕਾਜ਼ ਕਰਦੀ ਹੈ, ਤੇ ਉਹਦੇ ਨਾਲ ਉੱਥੇ ਜਾਲੇ ਬਣਨੇ ਸ਼ੁਰੂ ਹੋ ਜਾਂਦੇ ਆ। ਇਹਦੇ ਕਰਕੇ ਟਿਊਬਾਂ ਖਰਾਬ ਹੁੰਦੀਆਂ। ਇਹੀ ਖੂਨ ਜੇ ਬੱਚੇਦਾਨੀ ਤੋਂ ਹੋ ਕੇ ਅੰਡੇਦਾਨੀਆਂ ਤੱਕ ਪਹੁੰਚ ਜਾਂਦਾ ਤੇ ਉੱਥੇ ਗਠਾਣਾ ਬਣਨੀ ਸ਼ੁਰੂ ਹੋ ਜਾਂਦੀ ਹੈ ਖੂਨ ਦੀ ਗਠਾਣ ਕਰਕੇ ਜੋ ਨਾਰਮਲ ਟਿਸ਼ੂ ਹੈ ਓਵਰੀ ਦਾ ਉਹ ਵੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਕੇਸ ਵਿੱਚ ਲੇਡੀਜ਼ ਨੂੰ ਮਾਸਿਕ ਦੇ ਟਾਈਮ ਬਹੁਤ ਜ਼ਿਆਦਾ ਪੇਨ ਰਹਿਣਾ, ਮਾਸਿਕ ਠੀਕ ਨਹੀਂ ਆਣਾ, ਜਾਂ ਫਿਰ ਅਲਟਰਾਸਾਊਂਡ ਤੇ ਤੁਹਾਨੂੰ ਐਂਡੋਮੈਟਰੀਓਮਾਸ ਦਿਸਣਾ, ਜਾਂ ਟਿਊਬਾਂ ਤੇ ਵੀ ਸੋਜ ਨਜ਼ਰ ਆਣਾ। ਇਹ ਚੀਜ਼ਾਂ ਨਜ਼ਰ ਆਉਂਦੀਆਂ। ਜੀ ਬਿਲਕੁਲ, ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਕਈ ਵਾਰ ਟਿਊਬਸ ਵਿੱਚ ਜਾਲੇ ਬਣ ਜਾਂਦੇ ਆ, ਉਹਨਾਂ ਨੂੰ ਕਿਆ ਮੈਡੀਸਿਨਸ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ, ਉਹਨਾਂ ਦਾ ਵੀ ਕੁਝ ਆਪਰੇਟ ਹੀ ਕਰਨਾ ਪੈਂਦਾ? ਐਂਡੋਮੈਟਰੀਓਸਿਸ ਇੱਕ ਇਦਾਂ ਦੀ ਚੀਜ਼ ਹੈ ਜੋ ਅਸੀਂ ਦਵਾਈਆਂ ਨਾਲ ਉਹਦੀ ਸਪੀਡ ਘਟਾ ਸਕਦੇ ਹਾਂ, ਜਿਸ ਸਪੀਡ ਨਾਲ ਉਹ ਵੱਧ ਰਹੀ ਹੈ, ਬਟ ਉਹਨੂੰ ਖਤਮ ਨਹੀਂ ਕਰ ਸਕਦੇ। ਓਕੇ। ਤੇ ਉਹਦੇ ਲਈ ਫਿਰ ਇਲਾਜ ਉਹੀ ਰਹਿੰਦਾ ਹੈ ਕਿ ਬੱਚਾ ਚਾਹੀਦਾ ਕਿ ਨਹੀਂ ਚਾਹੀਦਾ। ਜੇ ਬੱਚਾ ਨਹੀਂ ਚਾਹੀਦਾ ਫਿਰ ਦਵਾਈਆਂ ਨਾਲ ਉਹਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਜੇ ਬੱਚਾ ਚਾਹੀਦਾ ਤਾਂ ਬਿਲਕੁਲ ਡਿਫਰੈਂਟ ਟ੍ਰੀਟਮੈਂਟ ਰਹਿੰਦਾ ਹੈ। ਮੋਸਟਲੀ ਇਹਦੇ ਵਿੱਚ ਆਪਰੇਟਿਵ ਇੰਟਰਫੇਰੈਂਸ ਕਰਕੇ, ਜੇ ਟਿਊਬਾਂ ਵਿੱਚ ਹੈਗਾ ਐਂਡੋਮੈਟਰੀਓਟਿਕ ਸਪੌਟਸ, ਉਹਨਾਂ ਨੂੰ ਕੌਟਰਾਈਜ਼ ਕਰਕੇ, ਪੈਲਵਿਸ ਵਿੱਚ ਹੋਰ ਪੇਟ ਵਿੱਚ ਵੀ ਹੈਗੇ ਉਹਨਾਂ ਨੂੰ ਵੀ ਫਲਗਰੇਟ ਕਰਕੇ, ਜੇ ਅੰਡੇਦਾਨੀਆਂ ਵਿੱਚ ਵੀ ਹੈਗੇ ਤਾਂ ਉਸ ਸਿਸਟਾਂ ਨੂੰ ਕੱਢ ਕੇ ਇਮੀਡੀਏਟਲੀ ਬੱਚੇ ਦਾ ਇਲਾਜ ਕਰਾਉਣਾ ਚਾਹੀਦਾ। ਜੀ ਬਿਲਕੁਲ, ਕਿਉਂਕਿ ਕਈ ਲੋਕਾਂ ਵਿੱਚ ਹਲੇ ਵੀ ਇਹ ਸ਼ਾਇਦ ਕਹਿ ਲੈਂਦੇ ਆ ਕਿ ਕੁਝ ਭੁਲੇਖੇ ਨੇ ਕਿ ਸ਼ਾਇਦ ਅਗਰ ਅਸੀਂ ਲੇਡੀ ਦਾ ਆਪਰੇਟ ਕਰਵਾ ਕੇ ਉਸਦੀ ਟਿਊਬਸ ਨਿਕਲਵਾ ਦਾਂਗੇ ਤਾਂ ਸ਼ਾਇਦ ਉਹ ਬੱਚੇ ਨੂੰ ਜਨਮ ਹੀ ਨਹੀਂ ਦੇ ਸਕੇਗੀ। ਇਹ ਬਹੁਤ ਸਾਰੇ ਜੋ ਵਹਿਮ ਜੋ ਲੋਕਾਂ ਦੇ ਦਿਮਾਗ ਵਿੱਚ ਹੈ, ਸਿਰਫ ਇਸ ਕਰਕੇ ਕਿ ਅਵੇਅਰਨੈਸ ਨਹੀਂ ਹੁੰਦੀ ਲੋਕਾਂ ਨੂੰ। ਤਾਂ ਮੈਂ ਚਾਹੂੰਗੀ ਜ਼ਰੂਰ ਕਿ ਤੁਸੀਂ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਸੁਨੇਹਾ ਦਿਓ ਕਿ ਤਾਂ ਕਿ ਜੋ, ਕਿਉਂਕਿ ਤੁਹਾਡੇ ਕੋਲ ਕਈ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਹੋਣੇ ਜੋ ਕਿ ਕੁਝ ਇਹੋ ਜਿਹੀਆਂ ਗੱਲਾਂ ਵੀ ਕਰਦੇ ਹੋਣੇ ਜੋ ਕਿ ਬਿਲਕੁਲ ਹੀ ਲੌਜਿਕਫੁਲ ਨਹੀਂ ਹੁੰਦੇ, ਲੇਕਿਨ ਉਹ ਵਹਿਮ ਭਰਮ ਅੱਜ ਵੀ ਸਾਡੇ ਸਮਾਜ ਵਿੱਚ ਬਣੇ ਹੋਏ ਬਹੁਤ ਜ਼ਿਆਦਾ ਹੈ ਉਹ ਚੀਜ਼। ਤੇ ਮੈਂ ਕਹਾਂਗੀ ਕਿ ਤਾਂ ਹੀ ਕਰਕੇ ਇਦਾਂ ਦੇ ਪ੍ਰੋਗਰਾਮਸ ਦੀ ਬਹੁਤ ਲੋੜ ਹੈਗੀ ਕਿ घर घर इस चीज़ की पहुँचे कि एक बहुत छोटी सी समस्या है जिहदा सभी मिल के इलाज करा के हल किया जा सकता है तो हर कोई संतान का सुख लै सकता है। जी बिल्कुल, तो इसलिए असी ये प्रोग्राम अपना लैके आते हैं हैल्थ इज़ वैल्थ, ताकि तुसी भी अवेयर हो सको, जागरूक हो सको कि भाई बांझपन एक लाइलाज बीमारी नहीं है, बल्कि तुसी उसनू एज अ फैमिली सपोर्ट करना चाहिए लेडी नू। अगर कोई प्रॉब्लम दिक्कत लगती है, अगर लेडी नू फील हुंदा तुहाडे नाल शेयर करदी है तो जल्दी तो जल्दी किसी अच्छे डॉक्टर नू मिलना चाहिए। ਤੇ ਇੱਥੇ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਲਾਈਕ ਕਿੰਨੇ ਕੁ % ਤੁਹਾਡੇ ਕੋਲ ਕੇਸ ਆਉਂਦੇ ਨੇ ਕਿ ਜੋ ਸ਼ੁਰੂਆਤੀ ਪ੍ਰੋਬਲਮ ਨੂੰ ਨਾ ਸਮਝਦੇ ਹੋਏ ਬਹੁਤ ਹੀ ਡਿਲੇ ਕਰਕੇ ਪਹੁੰਚਦੇ ਨੇ? ਇਦਾਂ ਦੇ ਤਾਂ ਬਹੁਤ ਜ਼ਿਆਦਾ ਕੇਸ ਆਉਂਦੇ ਆ ਬੱਚੇ ਜੋ ਜਿਨ੍ਹਾਂ ਨੂੰ ਜਿੱਦਾਂ ਇਹੀ ਪੇਸ਼ੈਂਟ ਸੀਗਾ ਪਹਿਲਾਂ ਵਾਲਾ ਕਿ ਮੇਰਾ ਤਾਂ ਸਿਰਫ 1.5 ਸਾਲ ਹੋਇਆ, ਤੁਸੀਂ ਮੈਨੂੰ ਕੋਈ ਦਵਾਈ ਦੱਸੋ। ਹਾਂ, ਤੇ ਇਹਨਾਂ ਨੂੰ ਸਲਾਹ ਦੇਣ ਵਾਲੇ ਬਹੁਤ ਹੈਗੇ ਕਿ ਤੁਸੀਂ ਇਹ ਕਰ ਲਓ, ਉਹ ਕਰ ਲਓ, ਹਜੇ ਤਾਂ ਟਾਈਮ ਹੀ ਕਿੰਨਾ ਹੋਇਆ ਹੈ, ਥੋੜਾ ਜਿਹਾ ਹੋਰ ਵੇਖ ਲਿਓ, ਨਹੀਂ ਤਾਂ ਆਪਰੇਸ਼ਨ ਦੀ ਹੋਰ ਡੇਟ ਲੈ ਕੇ ਦੇਖ ਲਿਓ। ਤੇ ਉਸ ਤੇ ਉਹ ਤਰੀਕੇ ਨਾਲ ਨਾ ਆਪਣਾ ਟਾਈਮ ਲਗਾਉਂਦੇ ਜਾਣਗੇ ਤੇ ਵਾਂਸ ਦੇ ਕ੍ਰਾਸ ਦਾ 30s ਵਾਲਾ ਏਜ ਬੈਰੀਅਰ ਸਾਡੇ ਲਈ ਵੀ ਬਹੁਤ ਪ੍ਰੋਬਲਮਸ ਆਉਂਦੀ ਹੈ ਫਿਰ ਇਦਾਂ ਦੇ ਪੇਸ਼ੈਂਟਸ ਲਈ, ਬਿਕਾਜ਼ ਇਨਫੈਕਸ਼ਨ ਇੱਕ ਵਾਰ ਹੈਗਾ, ਹਜੇ ਤੇ ਟਿਊਬਾਂ ਤੇ ਹੈਗਾ, ਉਹ ਟਿਊਬਾਂ ਤੇ ਹੋ ਕੇ ਬੱਚੇਦਾਨੀ ਤੇ ਜੇ ਆ ਗਿਆ, ਬੱਚੇਦਾਨੀ ਤੇ ਵੀ ਸੋਜ ਆ ਗਈ ਤੇ ਫਿਰ IVF ਦੇ ਵੀ ਫੇਲਿਅਰ ਦੇ ਚਾਂਸਸ ਵੱਧ ਜਾਂਦੇ ਨੇ। ਤੇ ਭੁਲੇਖੇ ਇਦਾਂ ਦੇ ਪਾਲ ਲੈਂਦੇ ਆ ਲੋਕੀ ਕਿ ਬਸ ਫਿਰ ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਹੁੰਦਾ ਹੈ ਕਿ ਤੁਸੀਂ ਪਲੀਜ਼ ਟਾਈਮ ਹੋਰ ਨਾ ਲਗਾਓ। ਟੈਸਟ ਟਿਊਬ ਬੇਬੀ ਬਹੁਤ ਲੋਕਾਂ ਨੂੰ ਬੜਾ ਹਵਾ ਜਿਹਾ ਲੱਗਦਾ ਹੈ ਕਿ ਇਹ ਤੇ ਬਿਲਕੁਲ ਲਾਸਟ ਸਟੈਪ ਹੈਗਾ, ਜੇ ਇਹ ਵੀ ਕਰਾ ਲਿਆ ਇਹਦੇ ਨਾਲ ਗੱਲ ਨਹੀਂ ਬਣੀ ਤੇ ਫਿਰ ਸਾਡੇ ਕੋਲ ਕੋਈ ਚਾਰਾ ਹੀ ਨਹੀਂ ਹੈਗਾ। ਬਿਲਕੁਲ ਨਹੀਂ, ਇਦਾਂ
ਇਦਾਂ ਦੀ ਕੋਈ ਗੱਲ ਨਹੀਂ ਹੈਗੀ। IVF ਇੱਕ ਬੜਾ ਸਿੰਪਲ ਜਿਹਾ ਟ੍ਰੀਟਮੈਂਟ ਹੈਗਾ। ਉਹ ਵੱਖਰੀ ਗੱਲ ਹੈ ਕਿ ਇਹਦੇ ਲਈ ਸਾਨੂੰ ਥੋੜੀ ਜੀ ਮਸ਼ੀਨਰੀ ਐਕਸਟਰਾਆਰਡਨਰੀ ਜੀ ਲੱਗਦੀ ਹੈ, ਬਟ ਟਾਈਮ ਰਹਿੰਦੇ ਜੇ IVF ਕਰਾਓ ਤੇ IVF ਤੋਂ ਜੋ ਬੱਚੇ ਪੈਦਾ ਹੁੰਦੇ ਨੇ ਦੇ ਆਰ ਐਜ਼ ਗੁੱਡ ਐਜ਼ ਨਾਰਮਲ ਪ੍ਰੈਗਨੈਂਸੀਜ਼। ਬਿਲਕੁਲ। ਸੋ ਡਾਕਟਰ ਅਸਮਿਤਾ ਜੀ ਵੀ ਕਈ ਪਰਿਵਾਰਾਂ ਵਿੱਚ ਆਸ਼ਾ ਦੀ ਕਿਰਨ ਬਣ ਕੇ ਉਹਨਾਂ ਨੂੰ ਖੁਸ਼ੀਆਂ ਦੇ ਚੁੱਕੇ ਨੇ, ਤੇ ਇੱਥੇ ਮੈਂ ਇਹ ਜਾਣਨਾ ਚਾਹੂੰਗੀ ਕਿ ਲਾਈਕ ਕਈ ਕਪਲਸ ਹੁੰਦੇ ਨੇ ਬਹੁਤ ਹੀ ਜ਼ਿਆਦਾ ਬਿਜ਼ੀ ਹੁੰਦੇ ਨੇ, ਆਪਣੀ ਜੌਬ ਦੇ ਵਿੱਚ ਬਹੁਤ ਜ਼ਿਆਦਾ ਬਿਜ਼ੀ ਰਹਿੰਦੇ ਨੇ, ਤਾਂ ਉਹਨਾਂ ਦੇ ਲਈ ਇਹ ਪ੍ਰੋਸੈਸ, ਕਿਉਂਕਿ ਸਭ ਸੋਚਦੇ ਆ ਕਿ ਸ਼ਾਇਦ ਅਗਰ ਅਸੀਂ ਟ੍ਰੀਟਮੈਂਟ ਕਰਵਾਉਣ ਜਾ ਰਹੇ ਹਾਂ ਤਾਂ ਉਹਦੇ ਲਈ ਸਾਨੂੰ ਐਕਸਟਰਾ ਟਾਈਮ ਚਾਹੀਦਾ ਹੈ, ਜਾਂ ਉਹਦੇ ਲਈ ਉਸਦੇ ਵਿੱਚ ਡਿਟੇਲ 'ਚ ਦੱਸੋ ਕਿ ਜੋ ਵਰਕਿੰਗ ਵੂਮਨਸ ਨੇ ਜਾਂ ਵਰਕਿੰਗ ਕਪਲਸ ਨੇ ਉਹਨਾਂ ਨੂੰ ਕਿੰਨਾ ਕੁ ਮਤਲਬ ਟਾਈਮ ਐਕਸਟਰਾ ਇਹਦੇ ਲਈ ਸਪੈਂਡ ਕਰਨਾ ਪਏਗਾ। देखो एक्स्ट्रा वाली जे गल करिए, डेफिनेटली दे हैव टू विजिट द क्लिनिक एट सेट नंबर ऑफ टाइम्स। जो टाइम ਅਸੀਂ ਦੱਸਣਗੇ ਕਿ ਅੱਜ ਇਹ ਪ੍ਰੋਸੀਜਰ ਹੋਣਾ ਹੈ, ਇਸ ਟਾਈਮ ਇਹ ਇੰਜੈਕਸ਼ਨ ਲੱਗਣਾ ਹੈ, ਉਹ ਟਾਈਮ ਤੇ ਉਹਨਾਂ ਨੇ ਕੱਢਣਾ ਹੀ ਪੈਣਾ ਹੈ। ਬਟ ਓਵਰਆਲ ਜੇ ਅਸੀਂ ਦੇਖੀਏ ਤਾਂ 4 to 6 ਵੀਕਸ ਦਾ ਟੋਟਲ ਪ੍ਰੋਸੀਜਰ ਹੈਗਾ। ਵਨਸ ਦ ਲੇਡੀ ਇਜ਼ ਪ੍ਰੈਗਨੈਂਟ ਦੈਨ ਸ਼ੀ ਕੈਨ ਕੈਰੀ ਹਰ ਮੈਡੀਸਿਨਸ ਵਿਦ ਹਰ ਓਨ ਥਿੰਗਸ, ਐਂਡ ਉਹਦੇ ਲਈ ਉਹਨੂੰ ਰੋਜ਼-ਰੋਜ਼ ਕਲੀਨਿਕ ਆਉਣ ਦੀ ਲੋੜ ਨਹੀਂ ਹੈਗੀ। ਤੇ ਥਰੂ ਆਊਟ ਦੀ IVF ਸਾਈਕਲ ਆਲਸੋ, ਅਪਾਰਟ ਫਰਮ ਦੀ ਡੇਜ਼ ਜਿਸ ਦਿਨ ਓਸਾਈਟ ਪਿਕਅਪ ਕਰਨਾ ਹੈ ਜਾਂ ਐਮਬ੍ਰੀਓ ਟ੍ਰਾਂਸਫਰ ਕਰਨਾ ਹੈ, ਬੜੇ ਸਿੰਪਲ ਜਿਹੇ ਇੰਜੈਕਸ਼ਨ ਹੁੰਦੇ ਆ, ਉਹ ਆਪ ਹੀ ਆਪਣੇ ਪੇਟ ਦੇ ਵਿੱਚ ਪਤਲੀ ਜੀ ਨੀਡਲ ਹੁੰਦੀ ਹੈ, ਲੇਡੀਜ਼ ਆਪਣੇ ਆਪ ਲਾ ਲੈਂਦੀਆਂ। ਉਸ ਤੋਂ ਇਲਾਵਾ 2 ਜਾਂ 3 ਵਾਰ ਚੈੱਕਅਪ ਲਈ ਆਉਣਾ ਪੈਂਦਾ ਹੈ ਕਿ ਸਾਨੂੰ ਮੋਨੀਟਰਿੰਗ ਕਰਨੀ ਹੈ ਕਿ ਪ੍ਰੋਗਰੈਸ ਕਿੱਦਾਂ ਦੀ ਹੋ ਰਹੀ ਹੈ। ਅਦਰਵਾਈਜ਼ ਦਿਸ ਇਜ਼ ਟੋਟਲੀ ਐਨ OPD ਪ੍ਰੋਸੀਜਰ। ਕੋਈ ਐਡਮਿਸ਼ਨ ਦੀ ਲੋੜ ਨਹੀਂ ਹੁੰਦੀ ਕਿ ਤੁਸੀਂ ਆਓ 2-3 ਦਿਨ ਹਸਪਤਾਲ ਰਹਿਣਾ ਪੈਣਾ ਹੈ, ਕੋਈ ਚੀਰਾ ਲੱਗਣਾ ਹੈ, ਕੋਈ ਟਾਂਕੇ ਆਣੇ ਹੈ ਜਾਂ ਕੋਈ ਮੇਜਰ ਬੇਹੋਸ਼ੀ ਵਾਲੀ ਚੀਜ਼ ਆਣੀ ਹੈ, ਇਦਾਂ ਦਾ ਕੋਈ ਪ੍ਰੋਸੀਜਰ ਨਹੀਂ ਹੈਗਾ। ਜੀ ਬਿਲਕੁਲ, ਕਿਉਂਕਿ ਮੈਂ ਇਹ ਕੁਐਸਚਨ ਹਰ ਵਾਰੀ ਆਪਣੇ ਇਸ ਸ਼ੋਅ ਵਿੱਚ ਪੁੱਛਣਾ ਚਾਹੁੰਦੀ ਹਾਂ, ਕਿਉਂਕਿ ਲੋਕਾਂ ਵਿੱਚ ਬੜਾ ਵਹਿਮ ਹੁੰਦਾ ਹੈ ਕਿ ਅਸੀਂ ਅਗਰ ਟੈਸਟ ਟਿਊਬ ਬੇਬੀ ਕਰਾਂਗੇ ਜਾਂ ਕੋਈ ਟ੍ਰੀਟਮੈਂਟ ਕਰਾਵਾਂਗੇ ਤਾਂ ਸ਼ਾਇਦ ਸਾਨੂੰ ਬੈੱਡ ਰੈਸਟ ਹੀ ਹੋ ਜਾਏਗਾ ਜਾਂ ਸ਼ਾਇਦ ਅਸੀਂ ਕਿਤੇ ਆਉਣ ਜਾਣ ਜੋਗੇ ਨਹੀਂ ਰਵਾਂਗੇ, ਹੈ ਨਾ। ਇਸੇ ਚੀਜ਼ ਕਰਕੇ ਬਾਰ-ਬਾਰ ਇਹ ਕੁਐਸਚਨ ਮੈਂ ਰਿਪੀਟ ਕਰਦੀ ਹਾਂ। ਇੰਡੀਆ ਵਿੱਚ ਪ੍ਰੋਬੇਬਲੀ ਹਰ ਚੀਜ਼ ਨਾ ਇਸ ਚੀਜ਼ ਤੋਂ ਰਿਲੇਟ ਕਰ ਲੈਂਦੇ ਕਿ ਅਸੀਂ ਜੇ ਬੈੱਡ ਤੇ ਹੀ ਪੈ ਜਾਣਾ ਤੇ ਰਿਜ਼ਲਟ ਵਧੀਆ ਹੋ ਜਾਣਗੇ, ਜੇ ਅਸੀਂ ਕੁਝ ਨਹੀਂ ਕਰਨਾ, ਉਂਗਲ ਵੀ ਨਹੀਂ ਹਿਲਾਣੀ ਤੇ ਰਿਜ਼ਲਟ ਬੈਟਰ ਹੋ ਜਾਣਗੇ। ਨਹੀਂ, ਇਦਾਂ ਦੀ ਨਹੀਂ ਹੈਗਾ। ਤੁਸੀਂ ਫੋਰਨ ਕੰਟਰੀਜ਼ ਵਿੱਚ ਦੇਖੋਗੇ ਲੇਡੀਜ਼ ਹੂ ਆਰ ਵਰਕਿੰਗ, ਉਹ ਆਪਣੇ ਆਫਿਸ ਤੋਂ 2 ਘੰਟੇ ਦਾ ਆਫ ਲੈ ਕੇ ਜਾਨੀ ਹੈ। lot of people I've seen working on their laptops right in the clinic also। आपका टाइम आ गया, ओके, they'll shut off their get a 1 घंटे की छुट्टी लेके अपना प्रोसीजर कराएंगे, वापस वहीं पे काम शुरू कर देते हैं रिकवरी में ही बेड पे। सो इट इज नॉट कि आपको सारा टाइम बेड पे लेट के और छत की तरफ देख के और ये कहना है कि तारे क्यों नहीं आ रहे। जी बिल्कुल, क्योंकि ਸਾਡੀ ਸੋਸਾਇਟੀ ਵਿੱਚ ਦੇਖਿਆ ਜਾਂਦਾ ਕਿ ਨਾਰਮਲ ਪ੍ਰੈਗਨੈਂਸੀ ਨੂੰ ਵੀ ਬਹੁਤ ਜ਼ਿਆਦਾ ਘਰਾਂ ਵਿੱਚ ਲਿਆਇਆ ਜਾਂਦਾ ਕਿ ਤੁਸੀਂ ਪ੍ਰੈਗਨੈਂਟ ਹੋ, ਇਹ ਨਹੀਂ ਕਰਨਾ, ਉਹ ਨਹੀਂ स्पेशल खाना, स्पेशल पीना, ये नहीं पहनना, वो नहीं खाना, इत्थे नहीं जाना, नहीं, नथिंग लाइक इट। प्रेगनेंसी बड़ी फिजियोलॉजिकल स्टेट है, उसको जितना एंजॉय करके निकालोगे उतना अच्छा रहता है। जी, ਤੇ ਸਾਡੀ ਕਾਲਰ ਲਾਈਨ ਤੇ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੇਰਾ ਨਾਮ ਲਖਵਿੰਦਰ ਹੁਸ਼ਿਆਰਪੁਰ ਦਸੂਹਾ ਤੋਂ ਬੋਲਦੀ ਹਾਂ। ਹਾਂਜੀ, ਕੀ ਪ੍ਰੋਬਲਮ ਹੈ ਜੀ ਤੁਹਾਡੀ? ਮੇਰੇ ਵਿਆਹ ਨੂੰ 17 ਸਾਲ ਹੋ ਗਏ, ਬੱਚਾ ਨਹੀਂ ਸਾਡੇ ਕੋਈ ਵੀ, ਤੇ ਮੇਰੇ ਬੱਚੇ ਦਾ ਅੰਦਰ ਰਸੌਲੀਆਂ ਆ। ਓਕੇ। ਪੀਰੀਅਡ ਸਹੀ ਆਉਂਦੇ ਆ, ਪੀਰੀਅਡ ਆਉਣ ਤੋਂ 15 ਦਿਨ ਪਹਿਲਾਂ ਦਰਦ ਹੋਣ ਲੱਗ ਪੈਂਦੀ ਹੈ। ਜੀ, ਏਜ ਕਿੰਨੀ ਹੈ ਜੀ ਤੁਹਾਡੀ? ਮੇਰੀ 40-42 ਸਾਲ ਹੈ। ਕਾਫੀ ਏਜ ਹੈ। ਹਾਂਜੀ। ਬੱਚੇ ਦੇਖੋ, ਤੁਸੀਂ ਟਾਈਮ ਬਹੁਤ ਲੰਗਾ ਲਿਆ ਆਪਣਾ। ਜਿੱਦਾਂ ਅਸੀਂ ਹੁਣ ਗੱਲ ਕਰ ਰਹੇ ਸੀ ਕਿ 40 ਦੇ ਬਾਅਦ ਆਪਣਾ ਬੱਚਾ ਕਰਨ ਲਈ ਤੁਹਾਨੂੰ ਸਪੈਸ਼ਲ ਟ੍ਰੀਟਮੈਂਟ ਦੀ ਲੋੜ ਪੈਣੀ ਹੈ। ਉਸ ਤੋਂ ਉੱਤੇ ਬੱਚੇਦਾਨੀ ਚ ਰਸੌਲੀਆਂ ਵੀ ਹੈਗੀ। ਹੁਣ ਰਸੌਲੀਆਂ ਕਿੰਨੀ ਵੱਡੀ ਹੈਗੀ, ਕਿਸ ਥਾਂ ਤੇ ਹੈਗੀ, ਉਸ ਤੇ ਡਿਪੈਂਡ ਕਰੂਗਾ ਕਿ ਸਾਨੂੰ ਉਹਦੀ ਆਪਰੇਸ਼ਨ ਕਰਨ ਦੀ ਲੋੜ ਹੈ ਕਿ ਸਿੱਧੇ ਹੀ ਬੱਚੇ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਆਪਰੇਸ਼ਨ ਦਾ ਕਿਸੇ ਡਾਕਟਰ ਨੇ ਦੱਸਿਆ ਨਹੀਂ ਸਾਨੂੰ। ਹਾਂਜੀ। ਤੇ ਰਸੌਲੀਆਂ ਵੱਧਦੀਆਂ ਨਹੀਂ ਹੈਗੀਆਂ, ਜਿੰਨੀਆਂ ਹੈਗੀਆਂ ਆ ਉਨੀਆਂ ਹੀ ਹੈ, ਥੋੜੀਆਂ ਤਾਂ ਜ਼ਿਆਦੇ ਆ ਤੇ ਵੱਧਦੀਆਂ ਨਹੀਂ ਆ। ਵੱਧਦੀਆਂ ਨਹੀਂ ਹੈ। ਕਿੰਨੇ ਸਾਲ ਹੋ ਗਏ ਤੁਹਾਨੂੰ ਰੈਗੂਲਰ ਚੈੱਕਅਪ ਕਰਾਉਂਦੇ ਹੋਏ ਰਸੌਲੀਆਂ ਦਾ? ਅਸੀਂ 2005 ਤੋਂ ਲੈ ਕੇ ਕਰਾਉਂਦੇ ਪਏ ਟ੍ਰੀਟਮੈਂਟ ਸੀ, ਪਰ ਵਿੱਚ ਹੁਣ ਹਟ ਗਏ ਸੀ, ਹੁਣ ਕਰਾਉਂਦੇ ਨਹੀਂ ਅਸੀਂ। ਪਹਿਲਾਂ ਕਰਾਇਆ ਸੀ, ਬਿਰਖ ਹਸਪੀਟਲ ਤੋਂ ਕਰਾਇਆ ਸੀ। ਬੇਟੇ 10 ਸਾਲ ਤੁਸੀਂ ਸਿਰਫ ਰਸੌਲੀਆਂ ਦਾ ਹੀ ਟ੍ਰੀਟਮੈਂਟ ਕਰਾ ਰਹੇ ਹੋ, ਬੱਚੇ ਲਈ ਕੋਈ ਟ੍ਰੀਟਮੈਂਟ ਨਹੀਂ ਕਰਾਇਆ? ਬੱਚੇ ਲਈ ਇੱਕ ਵਾਰੀ ਕਰਾਇਆ ਸੀ 2005 ਵਿੱਚ ਅਸਾਂ। ਹਾਂ, ਬਿਰਖ ਹਸਪੀਟਲ ਤੋਂ। ਅੱਛਾ ਜੀ। ਜਲੰਧਰ। ਹਾਂਜੀ। ਤੇ ਉਹਦੀ ਉੱਥੇ ਨਹੀਂ ਹੋਇਆ ਕੁਝ, ਕਾਮਯਾਬ ਨਹੀਂ ਹੋਇਆ? ਹਾਂਜੀ। ਫਿਰ ਵਿੱਚ ਕਿਉਂ ਛੱਡਤਾ ਬੇਟੇ? ਕੋਸ਼ਿਸ਼ ਤੇ ਕਰਨੀ ਪੈਣੀ ਹੈ ਨਾ। ਅਸੀਂ ਫਿਰ ਏਦਾਂ ਜਦੋਂ ਨਿਰਾਸ਼ ਜੇ ਹੋ ਗਏ, ਏਦਾਂ ਛੱਡਤਾ। ਫਿਰ ਬਈ ਨਹੀਂ ਹੁੰਦਾ। 1-2 ਵਾਰੀ ਮੈਡਮ ਵਿੱਚ ਹੋਇਆ ਵੀ ਆਪੇ ਹੀ ਹੋ ਗਿਆ ਸੀ। ਹੁਣ 5-6 ਮਹੀਨੇ ਹੋਏ ਏਦਾਂ। ਤੇ ਜਦੋਂ ਆਪਾਂ ਥੋੜੇ ਦਿਨ ਉੱਪਰ ਹੁੰਦੇ ਆ ਤੇ ਫਿਰ ਆਪਾਂ ਟੈਸਟ ਕਰਦੇ, ਵਿੱਚ ਕੁਝ ਵਿੱਚ ਨਹੀਂ ਆਉਂਦਾ, ਉਹਦੇ ਟੈਸਟ ਵਿੱਚ ਨਹੀਂ ਆਉਂਦਾ। ਤੇ ਫਿਰ ਉਹਨਾਂ ਨੇ ਡਾਕਟਰ ਜਦੋਂ ਫਿਰ ਵਿੱਚੋਂ ਨਿਕਲਿਆ ਨਾ ਅੰਦਰੋਂ ਕੁਝ, ਤੇ ਫਿਰ ਡਾਕਟਰ ਨੂੰ ਦਿਖਾਇਆ। ਡਾਕਟਰ ਕਹਿੰਦੇ ਔਲ ਵੱਧਦੀ ਰਹੀ ਤੇ ਬੱਚਾ ਨਹੀਂ ਵਧਿਆ। ਓਕੇ। ਉਹ ਜਿਹੜੀ ਔਲ ਵਧੀ ਸੀ ਉਹ ਆਪੇ ਨਿਕਲ ਗਈ ਫਿਰ।
ਰਸੌਲੀਆਂ ਦੀ ਜੇ ਵਜ੍ਹਾ ਟੈਸਟ ਵਿੱਚ ਨਹੀਂ ਆ ਰਿਹਾ ਤੇ ਬੇਟੇ ਫਿਰ ਉਹ ਬੱਚਾ ਨਹੀਂ ਸੀ, ਕਿਸੇ ਹੋਰ ਕਾਰਨ ਨਾਲ ਦਿਨ ਲੰਘੇ ਸੀ। ਅੱਛਾ ਨਹੀਂ, ਸਾਨੂੰ ਮੈਨੂੰ ਡਾਕਟਰ ਨੇ ਦੱਸਿਆ ਨਾ, ਕਹਿੰਦੇ ਤੁਹਾਡਾ ਦਿਨ ਲੰਘੇ ਸੀ ਤੇ ਉਹ ਔਰ ਵੱਧ ਹੀ ਰਹੀ ਤੁਹਾਡੇ ਅੰਦਰ, ਤੇ ਬੱਚਾ ਨਹੀਂ ਬਣਿਆ। ਬੱਚਾ ਨਹੀਂ ਬਣਿਆ। ਹਾਂਜੀ, ਆਵਲ ਵਧਣ ਦੇ ਕਾਰਨ ਬੇਟੇ ਬੱਚੇ ਦਾ ਨਹੀਂ, ਜਦੋਂ ਰਸੌਲੀਆਂ ਹੁੰਦੀ ਹੈ ਤੇ ਜੇ ਲਾਈਨਿੰਗ ਜਾਂ ਜਿਹਨੂੰ ਤੁਸੀਂ ਆਵਲ ਕਹਿ ਰਹੇ ਹੋ, ਉਹ ਚੀਜ਼ ਕਈ ਵਾਰ ਬਹੁਤ ਮੋਟੀ ਹੋ ਜਾਂਦੀ ਹੈ, ਉਹਦੇ ਕਾਰਨ ਕਰਕੇ ਤੁਹਾਨੂੰ ਬਹੁਤ ਹੈਵੀ ਪੀਰੀਅਡਸ ਆਣਾ, ਇਰੈਗੂਲਰ ਪੀਰੀਅਡਸ ਆਣਾ, ਇਹ ਵਾਲੀ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਨੇ। ਹੁਣ ਜਿੱਦਾਂ 10 ਸਾਲ ਤੁਸੀਂ ਲਗਾਤੇ, ਤੁਸੀਂ ਡਾਕਟਰ ਕੋਲ ਵੀ ਗਏ, ਇੱਕ ਵਾਰ ਨਹੀਂ ਸਕਸੈਸ ਮਿਲੀ, ਤੁਸੀਂ ਦੁਬਾਰਾ ਕੋਸ਼ਿਸ਼ ਕਰਨੀ ਚਾਹੀਦੀ ਸੀ। ਉਸ ਵੇਲੇ ਤੁਹਾਡਾ ਆਪਣਾ ਬੱਚਾ ਪੋਸੀਬਲ ਸੀ। ਹੁਣ 40 ਪਲੱਸ ਪਤਾ ਨਹੀਂ ਤੁਹਾਡੀ ਅੰਡੇਦਾਨੀਆਂ ਕਿੰਨਾ ਕੰਮ ਕਰ ਰਹੀ ਹੋਣੀ ਹੈ, ਉਹ ਚੈੱਕ ਕਰਕੇ ਹੀ ਪਤਾ ਲੱਗਣਾ ਹੈ। ਤੇ ਹੋਰ ਟਾਈਮ ਨਾ ਲਗਾਓ, ਬਿਕੋਜ਼ ਇਹ ਚੀਜ਼ ਆਪਣੇ ਆਪ ਨਹੀਂ ਠੀਕ ਹੋਣੀ। ਜੇ ਤੁਸੀਂ ਵਾਕਈ ਬੱਚਾ ਚਾਹੁੰਦੇ ਹੋ ਤੇ ਇੱਕ ਅੱਛੇ ਹਸਪੀਟਲ ਲਈ ਜਾ ਕੇ ਆਪਣਾ ਇਲਾਜ ਜਿੰਨਾ ਛੇਤੀ ਕਰਾਓਗੇ ਉਨਾ ਵਧੀਆ ਬੇਟੇ। ਜੀ ਬਿਲਕੁਲ, ਲਾਈਕ ਇਹਨਾਂ ਨੇ 2005 ਲੈ ਕਿੰਨਾ ਟਾਈਮ ਕੱਢ ਦਿੱਤਾ, ਇਹਨੂੰ ਪਤਾ ਹੈ ਕਿ ਪ੍ਰੋਬਲਮ ਵੀ ਹੈ, ਰਸੌਲੀਆਂ ਵੀ ਨੇ। ਸੋ ਇਸੇ ਕਰਕੇ ਅਸੀਂ ਅਵੇਅਰਨੈਸ ਸ਼ੋ ਲੈ ਕੇ ਆਉਂਦੇ ਹਾਂ। ਬਾਰ-ਬਾਰ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਸਮਾਂ ਰਹਿੰਦਿਆਂ ਸਹੀ ਡਾਕਟਰ ਤੋਂ ਸਹੀ ਇਲਾਜ ਜ਼ਰੂਰ ਕਰਵਾ ਲਓ, ਤਾਂ ਕਿ ਤੁਹਾਡੇ ਘਰ ਵਿੱਚ ਹਮੇਸ਼ਾ ਖੁਸ਼ੀਆਂ, ਬੱਚੇ ਦੀ ਜੋ ਕਹਿੰਦੇ ਆ ਨਾ, ਬੱਚੇ ਦੀ ਮੁਸਕਾਨ ਬਹੁਤ ਵੱਡੀ ਗੱਲ ਹੁੰਦੀ ਹੈ, ਵੱਡੀ ਤੋਂ ਵੱਡੀ ਪਰੇਸ਼ਾਨੀ ਦੂਰ ਕਰ ਦਿੰਦੀ ਹੈ। ਤੇ ਆਪਣੇ ਘਰ ਵਿੱਚ ਰੌਣਕਾਂ ਬਣਾਉਣ ਦੇ ਲਈ ਜ਼ਰੂਰੀ ਹੈ, ਅਗਰ ਤੁਹਾਨੂੰ ਕਿਸੇ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਦੀ ਸ਼ੁਰੂਆਤ ਵਿੱਚ ਕੁਝ ਪਤਾ ਲੱਗਦਾ ਹੈ, ਟਾਈਮ ਸਿਰ ਜਾਓ, ਇਲਾਜ ਕਰਵਾਓ ਤੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਓ। ਤੇ ਬਹੁਤ ਚੰਗਾ ਲੱਗਿਆ ਕਿ ਤੁਸੀਂ ਸਾਡੇ ਸ਼ੋਅ ਵਿੱਚ ਆਏ, ਬਹੁਤ ਹੀ ਚੰਗੀਆਂ ਜਾਗਰੂਕਤਾ ਵਾਲੀਆਂ ਗੱਲਾਂ ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀਆਂ। ਥੈਂਕ ਯੂ ਸੋ ਮਚ ਸਾਡੇ ਸ਼ੋਅ ਵਿੱਚ ਆਉਣ ਦੇ ਲਈ। ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਹਰਜੋਤ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।